हैं कि ਜਿਹੜੇ ਬਿਲਕੁਲ ਹਾਂਜੀ जीत सिंह देख रहे कोई सिग्नल आ रहा है रिगार्डिंग रिकॉर्डिंग हो गया जी, करो शुरू करो। ठीक है जी। तो साध संगत जी आप जिस वे पाठ करते हैं नितनेम का पाठ होए सहज पाठ होए कई अखर ਜਿਹੜੇ ਨੇ ਉਹ ਬਿਲਕੁਲ ਜਿਹੜੇ ਸੇਮ ਅੱਖਰ ਹੈ ਕਿਉਂਕਿ ਪੰਜਾਬੀ ਦੇ ਬਹੁਤ ਸਾਰੇ ਅੱਖਰ ਬਵਾਰਥਕ ਸ਼ਬਦ ਨੇ ਤੇ ਉਹਨਾਂ ਦੇ ਵੱਖ-ਵੱਖ ਅਰਥ ਨਿਕਲਦੇ ਨੇ। ਸਾਨੂੰ ਉਹ ਧਿਆਨ ਰੱਖਣਾ ਪੈਂਦਾ ਜਿੰਨਾ ਚਿਰ ਸਹੀ ਅਰਥ ਵਾਲਾ ਉਹ ਸਾਨੂੰ ਨਾ ਪਤਾ ਹੋਵੇ ਤਾਂ ਉਸ ਜਿਹੜਾ ਵੀ ਉਹ ਤੁਕ ਹੋਏਗੀ ਉਹਦੀ ਸਾਨੂੰ ਪੂਰੀ ਸਮਝ ਨਹੀਂ ਪਈ। ਦੂਸਰੀ ਗੱਲ ਜਿਹੜੀ ਹੈ ਬਈ ਉਚਾਰਨ ਪੱਖੋਂ ਵੀ ਕਈ ਅੱਖਰ ਐਸੇ ਨੇ ਕਿ ਸਿਰਫ ਉਚਾਰਨ ਵੱਖ ਉਚਾਰਨ ਕਰਨ ਦੇ ਨਾਲ ਉਹਦਾ ਵੱਖੋ ਵੱਖਰਾ ਉਚਾਰਨ ਜਿਹੜਾ ਉਹਦੇ ਅਰਥ ਬਦਲ ਦਿੰਦਾ। ਤੇ ਇਸ ਕਰਕੇ ਸਹੀ ਉਚਾਰਨ ਸਹੀ ਵਿਸ਼ਰਾਮ ਇਹ ਬੇਸਿਕ ਗੱਲਾਂ ਨੇ ਗੁਰਬਾਣੀ ਨੂੰ ਸਮਝਣ ਦੀਆਂ। ਤੇ ਜਿਹੜੀ ਸਾਡੀ ਕੋਸ਼ਿਸ਼ ਹੈ ਕਿ ਅਸੀਂ ਬਾਣੀ ਪੜ੍ਹਦਿਆਂ ਸਮਝਿਆ ਕਰੀਏ। ਤੋ ਉਸ ਸੰਬੰਧ ਵਿੱਚ ਸਾਡੇ ਕੋਲ ਇੱਕ ਸਵਾਲ ਜਿਹੜਾ ਆਇਆ ਉਹ ਸਵਾਲ ਇਹ ਹੈ ਕਿ ਸ਼ਬਦ ਆਉਂਦਾ ਨੰਨੇ ਨੂੰ ਕੰਨਾ ਈੜੀ ਨੂੰ ਬਿਹਾਰੀ। ਨੰਨੇ ਨੂੰ ਕੰਨਾ ਈੜੀ ਨੂੰ ਬਿਹਾਰੀ ਜਿਹੜਾ ਸ਼ਬਦ ਇਹ ਨਾਈ ਤੇ ਨਾਈ ਇਹ ਦੋਨੋਂ ਤਰ੍ਹਾਂ ਪੜ੍ਹਿਆ ਜਾਂਦਾ ਹੈ। ਵੀ ਆਇਆ ਬਿੰਦੀ ਸਹਿਤ ਕਿ ਬਿੰਦੀ ਤੋਂ ਜਿਸ ਵੇਲੇ ਆਪਾਂ ਬਿਨਾਂ ਪੜ੍ਹਦੇ ਹਾਂ ਕਿ ਇਹਨਾਂ ਦੇ ਅਰਥਾਂ 'ਚ ਕੀ ਅਰਥ ਭੇਦ ਹੈ। ਇਹ ਮੈਂ ਬੇਨਤੀ ਕਰ ਰਿਹਾ ਵੀਰ ਜਗੀਰ ਸਿੰਘ ਜੀ ਨੂੰ ਕਿ ਉਹ ਸੰਗਤ ਨਾਲ ਸਾਂਝਾ ਕਰਨਗੇ ਕਿ ਸ਼ਬਦ ਨੰਨੇ ਨੂੰ ਕੰਨਾ ਈੜੀ ਨੂੰ ਬਿਹਾਰੀ ਬਿੰਦੀ ਨਾਲ ਬੁਲਾਈਏ ਜਾਂ ਬਿੰਦੀ ਤੋਂ ਬਗੈਰ ਬੁਲਾਈਏ ਉਹਨਾਂ ਦੋਨਾਂ ਦੇ ਅਰਥ ਭੇਦ ਕੀ ਹਨ ਵੀਰ ਜਗੀਰ ਸਿੰਘ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਗੁਰਬਾਣੀ ਵਿੱਚ ਹੁਕਮ ਹੈ ਜੀ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ। ਇੱਥੇ ਨਾਈ ਸ਼ਬਦ ਨੰਨੇ ਨੂੰ ਕੰਨਾ ਈੜੀ ਨੂੰ ਬਿਹਾਰੀ ਆਇਆ। ਇਹਦਾ ਅਰਥ ਹੈਗਾ ਵਡਿਆਈ ਤੇ ਉਚਾਰਨ ਵੀ ਇਹਦਾ ਨਾਈ ਹੀ ਹੋਏਗਾ ਜੀ। ਕਿਤੇ ਵੀ ਗੁਰਬਾਣੀ ਵਿੱਚ ਅਰਥ ਹੋਏ ਵਡਿਆਈ ਤਾਂ ਉਹਦਾ ਸ਼ਬਦ ਬਿੰਦੀ ਲਾ ਕੇ ਨਹੀਂ ਕਰਨਾ। ਜਿੱਦਾਂ ਲਿਖਿਆ ਹੋਇਆ ਨਾਈ ਉੱਦਾਂ ਹੀ ਨਾਈ ਪਾਠ ਕਰਨਾ। ਜਿਸ ਤਰ੍ਹਾਂ ਸਾਚਾ ਸਾਹਿਬ ਸਾਚੀ ਨਾਈ ਇੱਥੇ ਵੀ ਨਾਈ ਦਾ ਅਰਥ ਵਡਿਆਈ ਹੈ ਤੇ ਇੱਥੇ ਵੀ ਆਪਾਂ ਉਚਾਰਨ ਨਾਈ ਹੀ ਕਰਾਂਗੇ। ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਇੱਥੇ ਵੀ ਨਾਈ ਦਾ ਅਰਥ ਵਡਿਆਈ ਹੈ। ਅਸੀਂ ਇਹਦਾ ਵੀ ਇੱਥੇ ਨਾਈ ਪਾਠ ਕਰਨਾ ਨਾਈ ਪਾਠ ਨਹੀਂ ਕਰਨਾ ਹੈਗਾ ਜੀ। ਕੁਝ ਪੰਕਤੀਆਂ ਜਿਹੀਆਂ ਨੇ ਜੀ ਜਿਨ੍ਹਾਂ ਦੇ ਵਿੱਚ ਨਾਈ ਦਾ ਅਰਥ ਹੁੰਦਾ ਹੈਗਾ ਬਈ ਹਰੀ ਦੀ ਸਿਫਤ ਸਲਾਹ ਦੁਆਰਾ ਜੀ ਸਿਫਤ ਸਲਾਹ ਕੀਤਿਆਂ ਨਾਮ ਸਿਮਰਨ ਕੇ। ਜਿਸ ਤਰ੍ਹਾਂ ਵਿਗਣ ਗਏ ਹਰ ਨਾਈ ਬਈ ਹਰੀ ਦੀ ਸਿਫਤ ਸਲਾਹ ਦੁਆਰਾ ਜਿਹੜੇ ਵਿਗਣ ਨੇ ਉਹ ਸਾਰੇ ਖਤਮ ਹੋ ਜਾਂਦੇ ਹਨ। ਇੱਥੇ ਨਾਈ ਦਾ ਅਰਥ ਹੈਗਾ ਸਿਫਤ ਸਲਾਹ ਦੁਆਰਾ ਕਾਰਕੀ ਅਰਥ ਨਿਕਲਦੇ ਨੇ। ਇੱਥੇ ਨਾਈ ਦਾ ਅਰਥ ਆਪਾਂ ਨਾਈ ਪਾਠ ਕਰਾਂਗੇ। ਈੜੀ ਨੂੰ ਬਿਹਾਰੀ ਜਾਂ ਜਿਹੜੇ ਉਹਦੇ ਨਾਲ ਬਿੰਦੀ ਲਾ ਕੇ ਉਚਾਰਨ ਕਰਨਾ ਨਾਈ ਜੀ। ਜਿੱਥੇ ਕਾਰਕੀ ਅਰਥ ਨਿਕਲਣ ਉੱਥੇ ਨਾਈ ਪਾਠ ਨਹੀਂ ਕਰਨਾ ਨਾਈ ਪਾਠ ਕਰਨਾ ਹੈਗਾ ਜੀ। ਸਭ ਦੁੱਖ ਮੇਟੈ ਸਾਚੇ ਨਾਈ ਇੱਥੇ ਵੀ ਸਿਫਤ ਸਲਾਹ ਕੀਤਿਆਂ ਸਾਰੇ ਦੁੱਖ ਮਿਟ ਜਾਂਦੇ ਹਨ ਤੇ ਇੱਥੇ ਵੀ ਨਾਈ ਪਾਠ ਨਹੀਂ ਕਰਨਾ ਨਾਈ ਪਾਠ ਕਰਨਾ ਹੈਗਾ ਜੀ। ਅੱਲਾ ਰਾਮ ਜੀਵੋਂ ਤੇਰੇ ਨਾਈ ਇੱਥੇ ਨਾਈ ਪਾਠ ਨਹੀਂ ਕਰਨਾ ਨਾਈ ਜੀ। ਪਰ ਤੇਰਾ ਨਾਮ ਜਪ ਕੇ ਹੇ ਅੱਲਾ ਹੇ ਰਾਮ ਮੈਂ ਜਿੰਦਾ ਹਾਂ ਤੇਰਾ ਨਾਮ ਸਿਮਰ ਕੇ ਜਪ ਕੇ ਜੀ। ਇੱਥੇ ਪਾਠ ਨਾਈ ਕਰਨਾ ਕਿਉਂਕਿ ਇੱਥੇ ਨਾਈ ਦਾ ਤਿੰਨਾਂ ਵਾਕਾਂ ਆਪਣੇ ਪੰਕਤੀਆਂ ਦੇ ਵਿੱਚ ਨਾਈ ਦਾ ਅਰਥ ਹੈਗਾ ਸਿਫਤ ਸਲਾਹ ਕੀਤਿਆਂ। ਇਹ ਕਾਰਕੀ ਅਰਥ ਨਿਕਲਦੇ ਨੇ। ਜਿੱਥੇ ਵੀ ਕਾਰਕੀ ਅਰਥ ਨਿਕਲਣ ਉੱਥੇ ਨਾਈ ਪਾਠ ਨਹੀਂ ਕਰਨਾ ਨਾਈ ਪਾਠ ਕਰਨਾ। ਇਸ ਤੋਂ ਇਲਾਵਾ ਨਾਈ ਦੇ ਕਈ ਅਰਥ ਹੋਰ ਵੀ ਨੇ ਉਹ ਵੀ ਸਾਨੂੰ ਸਮਝ ਰੱਖਣੇ ਚਾਹੀਦੇ ਨੇ। ਜਿਸ ਤਰ੍ਹਾਂ ਨਾਈ ਉਧਰਿਓ ਸੈਨ ਸੇਬ ਇੱਥੇ ਨਾਈ ਇੱਕ ਬਰਾਦਰੀ ਹੈ ਜਾਤ ਹੈ। ਇੱਥੇ ਆਪਾਂ ਨਾਈ ਹੀ ਪਾਠ ਕਰਨਾ ਜੀ। ਲੌਕੀ ਅਸ਼ਤਰ ਤੀਰਥ ਨਾਈ ਇੱਥੇ ਨਾਈ ਦਾ ਮਤਲਬ ਇਸ਼ਨਾਨ ਕਰਨਾ ਜੀ। ਤੇ ਇੱਥੇ ਨੰਨੇ ਦੇ ਪੈਰ ਦੇ ਵਿੱਚ ਹਲੰਤ ਲਾ ਕੇ ਨਹਾਈ ਪਾਠ ਕਰਨਾ ਹੈਗਾ ਜੀ। ਤੇ ਬੁੱਤ ਪੂਜ ਹਿੰਦੂ ਮੂਏ ਤੁਰਕ ਮੂਏ ਸਿਰ ਨਾਈ ਤੇ ਇੱਥੇ ਸਿਰ ਨਾਈ ਦਾ ਮਤਲਬ ਇਹ ਹੈ ਸਜਦਾ ਕਰਨਾ। ਇੱਥੇ ਵੀ ਨਾਈ ਪਾਠ ਕਰਾਂਗੇ ਨਾਈ ਪਾਠ ਨਹੀਂ ਕਰਨਾ ਹੈਗਾ ਜੀ। ਇਹ ਥੋੜੇ ਜਿਹੇ ਅੰਤਰ ਦੇ ਨਾਲ ਗੁਰਬਾਣੀ ਦੇ ਵਿੱਚ ਇੱਥੇ ਨਾਈ ਦੇ ਬਿਹਾਰੀ ਰਾਈ ਹੈ। ਕਈ ਵਾਰੀ ਈੜੀ ਨੂੰ ਸਿਹਾਰੀ ਹੁੰਦੀ ਆ ਉਸ ਬੰਦੇ ਦਾ ਨਾਏ ਉਹਦਾ ਵੀ ਭਾਈ ਵਿਚਾਰ ਕਰ ਲਈ ਉਹਦਾ ਪਾਠ ਕਿੱਦਾਂ ਕਰਨਾ। ਸਾਚਾ ਸਾਹਿਬ ਸਾਚ ਨਾਏ ਭਾਖਿਆ ਪਾਓ ਪਾਰ ਇਹ ਜਪਜੀ ਸਾਹਿਬ ਦੇ ਵਿੱਚ ਪੰਕਤੀ ਆਉਂਦੀ ਹੈ
ਇੱਥੇ ਨਾਈ ਦਾ ਅਰਥ ਹੈਗਾ ਨਿਆਏ, ਇਨਸਾਫ, ਨਿਯਮ। ਇੱਥੇ ਵੀ ਉਚਾਰਨ ਪਾਣੇ ਨਾਏ ਪਾਠ ਕਰਨਾ। ਇਸ ਤਰ੍ਹਾਂ ਜਿਸ ਤਰ੍ਹਾਂ ਭਾਵ ਅਰਥ ਹੋਣ ਉਸ ਤਰ੍ਹਾਂ ਆਪਾਂ ਨੂੰ ਉਹਦਾ ਅਰਥ ਕਰਨੇ ਨੇ, ਤੇ ਉਚਾਰਨ ਵੀ ਜੇ ਕਾਰਕੀ ਹੋਣ ਤਾਂ ਨਾਈ ਹੀ ਕਰਨਾ, ਜੇ ਕਾਰਕੀ ਅਰਥ ਨਾ ਹੋਣ ਫਿਰ ਨਾਈ ਪਾਠ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵੀਰ ਜੀ ਨੇ ਦੱਸਿਆ ਕਿ ਇੱਕ ਨਹੀਂ ਕਈ ਤਰ੍ਹਾਂ ਦੀ ਵਰਤੋਂ ਜਿਹੜੀ ਹੈ ਵੱਖ-ਵੱਖ ਅਰਥ ਭੇਦਾਂ ਵਿੱਚ ਗੁਰੂ ਗ੍ਰੰਥ ਸਾਹਿਬ 'ਚ ਮਿਲਦੀ ਹੈ। ਤੋ ਇਹਨਾਂ ਨੇ ਬੜਾ ਬਾਖੂਬੀ ਦੱਸਿਆ ਕਿ ਨਾਈ ਵਡਿਆਈ ਲਈ ਵੀ ਹੈ, ਨਾਈ ਨਾਮ ਲਈ ਵੀ ਹੈ, ਨਾਈ ਧੰਦੇ ਲਈ ਵੀ ਹੈ, ਨਾਈ ਨਿਆਂ ਲਈ ਵੀ ਹੈ, ਤੇ ਨਾਈ ਨਹਾਉਣ ਲਈ। ਤੋ ਤੁਰਕ ਬੋਏ ਸੇ ਨਾਈ ਵਿੱਚ ਸਿਰ ਸਜਦਾ ਕਰਨ ਲਈ। ਸੋ ਇਹ ਇਹਨਾਂ ਨੇ ਸਾਨੂੰ ਇਹ ਤਕਰੀਬਨ 6 ਜਿਹੜੇ ਨੇ ਉਹ ਸਾਨੂੰ ਅਰਥ ਭੇਦ ਦੱਸੇ ਨੇ। ਤੋ ਦੇਖੋ ਸਾਧ ਸੰਗਤ ਜੀ, ਬੇਨਤੀ ਹੈ ਕਿ ਕਿੰਨਾ ਖਿਆਲ ਰੱਖਣ ਦੀ ਲੋੜ ਹੈ ਕਿ ਗੁਰਬਾਣੀ ਜਿਸ ਵੇਲੇ ਆਪਾਂ ਪੜ੍ਹਦੇ ਹਾਂ, ਜੇ ਗੁਰਬਾਣੀ ਡੂੰਘਾ ਸਮੁੰਦਰ ਹੈ ਤੇ ਵਾਕਈ ਡੂੰਘੇ ਸਮੁੰਦਰ ਲਈ ਡੂੰਘਾ ਤਾਰੂ ਬਣਨ ਦੀ ਜ਼ਰੂਰਤ ਹੈ, ਤਾਂ ਬਾਣੀ ਸਮਝ ਆਏਗੀ। ਜੇ ਆਪਾਂ ਵੈਸੇ ਬਾਣੀ ਜਿਵੇਂ ਫਾਰਮੈਲਿਟੀ ਸੇ ਪੜਾਂਗੇ ਤਾਂ ਫਿਰ ਪੱਲੇ ਕੁਛ ਨਹੀਂ ਪਏਗਾ। ਅਗਰ ਅਸੀਂ ਆਪਣਾ ਆਤਮਿਕ ਜੀਵਨ ਸੁਧਾਰਨਾ ਤਾਂ ਸਾਨੂੰ ਬਾਣੀ ਦੀ ਇੱਕ ਇੱਕ ਤੁਕ ਜਿਹੜੀ ਹੈ ਉਹ ਵਿਚਾਰਨ ਦੀ ਲੋੜ ਪਏਗੀ। ਹਰ ਇੱਕ ਤੁਕ ਵਿੱਚ ਸਾਡੇ ਲਈ ਜੀਵਨ ਸੇਧ ਹੈ, ਔਰ ਮੈਂ ਕਹਿੰਦਾ ਤਾਂ ਲਾਈਫ ਲਾਈਨ ਹੈ ਸਾਡੀ। ਤੋਂ ਸਮਝਣ ਦੀ ਲੋੜ ਹੈ। ਸਮਝਣ ਲਈ ਇਹ ਜਿਹੜੇ ਅਰਥ ਭੇਦ ਨੇ, ਇਹ ਜਿਨ੍ਹਾਂ ਨੇ ਸਵਾਲ ਭੇਜਿਆ ਉਹਨਾਂ ਦਾ ਵੀ ਧੰਨਵਾਦ, ਵੀਰ ਜਗੀਰ ਸਿੰਘ ਦਾ ਵੀ ਧੰਨਵਾਦ। ਮੈਂ ਆਸ ਕਰਦਾ ਹਾਂ ਕਿ ਸੰਗਤਾਂ 'ਚ ਵੀ ਇਸ ਜਿਹੜਾ ਅੱਖਰ ਨੰਨੇ ਨੂੰ ਕਰਨਾ, ਈੜੀ ਨੂੰ ਬਿਹਾਰੀ, ਇਹਦੇ ਜਿਹੜੇ ਨੇ 6 ਭੇਦ ਦੱਸੇ ਨੇ, ਸੰਗਤਾਂ ਨੂੰ ਇਹ ਠੀਕ ਲੱਗੇ ਹੋਣਗੇ। ਹਾਂ, ਇਸ ਤੋਂ ਇਲਾਵਾ ਹੋਰ ਵੀ ਹੋ ਸਕਦਾ, ਤੇ ਅਗਰ ਕਿਸੇ ਕੋਲ ਇਹ ਤੋਂ ਹੋਰ ਐਡੀਸ਼ਨਲ ਕੋਈ ਇਸ ਨਾਈ ਅੱਖਰ ਦੀ ਇਨਫੋਰਮੇਸ਼ਨ ਹੋਵੇ ਤਾਂ ਸਾਨੂੰ ਕਿਰਪਾ ਕਰਕੇ ਜਦ ਵੀ ਮਰਜ਼ੀ ਹੋਣ ਜਾਂ ਫਿਰ ਕਿਸੇ ਵੇਲੇ ਵੀ ਸਾਨੂੰ ਉਹ ਦੱਸ ਸਕਦੇ ਨੇ, ਤਾਂ ਜੇ ਅਪਡੇਟ ਕਰਕੇ ਅਸੀਂ ਆਪ ਹੀ ਅਪਡੇਟ ਹੋਈਏ, ਸੰਗਤਾਂ ਨੂੰ ਕਰੀਏ। ਧੰਨਵਾਦ ਜੀ। ਤੋਂ ਸੰਗਤ ਵਿੱਚ ਵੀਰ ਸਾਡੇ ਪ੍ਰਿੰਸੀਪਲ ਸਾਹਿਬ ਸਾਧ ਸੁਰਿੰਦਰ ਸਿੰਘ ਜੀ ਵੀ ਜੁੜ ਗਏ ਨੇ, ਮੈਂ ਉਹਨਾਂ ਨੂੰ ਹੀ ਜੀਓ ਆਇਆਂ ਆਖਣਾ ਜੀ। ਤੋਂ ਆਓ ਸਾਧ ਸੰਗਤ ਜੀ, ਆਪਾਂ ਅਗਲਾ ਸਵਾਲ ਜਿਹੜਾ ਉਹ ਲੈਂਦੇ ਹਾਂ। ਅਗਲਾ ਸਵਾਲ ਹੈ ਕਿ ਸਾਧ ਜਸਪਾਲ ਸਿੰਘ ਜੀ ਪੁੱਛਦੇ ਨੇ, ਸ਼ਾਇਦ ਦਿੱਲੀ ਤੋਂ ਨੇ, ਕਿ ਵਾਹਿਗੁਰੂ ਦੇ ਅਰਥ ਕੀ ਹਨ ਤੇ ਸਿਮਰਨ ਕਿਸ ਤਰ੍ਹਾਂ ਕਰਨਾ ਹੈ। ਕਿਉਂਕਿ ਆਮ ਤੌਰ ਤੇ ਸਿਮਰਨ ਅਸੀਂ ਕਹਿੰਦੇ ਹਾਂ ਵਾਹਿਗੁਰੂ ਲਫ਼ਜ਼ ਕਹਿ ਕੇ ਕਰਨਾ, ਤਾਂ ਸਿਮਰਨ ਕਿਸ ਤਰ੍ਹਾਂ ਕਰਨਾ ਤੇ ਵਾਹਿਗੁਰੂ ਦੇ ਅਰਥ ਕੀ ਨੇ। ਮੈਂ ਬੇਨਤੀ ਕਰ ਰਿਹਾ ਵੀਰ ਤੇਜਿੰਦਰ ਸਿੰਘ ਜੀ ਨੂੰ ਕਿ ਉਹ ਕਿਰਪਾ ਕਰਕੇ ਇਸ ਵਿਸ਼ੇ ਤੇ ਚਾਨਣ ਪਾਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਸਵਾਲ ਵੀਰ ਜੀ ਨੇ ਜਸਪਾਲ ਸਿੰਘ ਜੀ ਨੇ ਪੁੱਛਿਆ ਹੈ, ਇਹ ਦੋ ਹਿੱਸਿਆਂ 'ਚ ਹੈ। ਇੱਕ ਤੇ ਹੈ ਕਿ ਵਾਹਿਗੁਰੂ ਜਿਹੜਾ ਹੈ ਲਫ਼ਜ਼ ਉਹਦੇ ਕੀ ਅਰਥ ਨੇ। ਅਸੀਂ ਜਦੋਂ ਭੱਟਾਂ ਦੇ ਸਵਈਏ ਪੜ੍ਹਦੇ ਹਾਂ ਤਾਂ ਉਹਦੇ ਵਿੱਚ ਇਹ ਜਿਹੜਾ ਹੈ ਇਹ ਲਫ਼ਜ਼ ਜਿਹੜਾ ਆਉਂਦਾ ਹੈ ਵਾਹਿਗੁਰੂ, ਤੇ ਬਾਕੀ ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਕਿਤੇ ਵੀ ਵਾਹਿਗੁਰੂ ਸ਼ਬਦ ਜਿਹੜਾ ਹੈ ਉਹ ਸਾਨੂੰ ਨਹੀਂ ਮਿਲਦਾ ਹੈ। ਉੱਥੇ ਸਾਨੂੰ ਜੋ ਸਵਈਏ ਵਿੱਚ ਮਿਲਦਾ ਹੈ, ਸਤ ਸਾਚ ਸ੍ਰੀ ਨਿਵਾਸ ਆਦਿ ਪੁਰਖ ਸਦਾ ਧੁਨੀ ਵਾਹਿਗੁਰੂ 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 ਵਾਹਿਗੁਰੂ। ਤਾਂ ਇਹ ਕਿਉਂਕਿ ਗੁਰੂ ਰਾਮਦਾਸ ਪਾਤਸ਼ਾਹ ਦੇ ਬਾਰੇ ਸਵਈਆ ਜਿਹੜਾ ਹੈ ਉਹ ਲਿਖਿਆ ਗਿਆ ਹੈ, ਤਾਂ ਇਸ ਕਰਕੇ ਇੱਥੇ ਗੁਰੂ ਰਾਮਦਾਸ ਜੀ ਨੂੰ ਵਾਹ ਵਾਹ ਕਿਹਾ ਗਿਆ ਹੈ। ਤਾਂ ਇਸ ਦੇ ਅਰਥ ਜਿਹੜੇ ਹਨ, ਗੁਰੂ ਨੂੰ ਵਾਹ ਕਿਹਾ ਗਿਆ ਹੈ। ਗੁਰਬਾਣੀ ਵਿੱਚ ਇੱਕ ਹੋਰ ਥਾਂ ਤੇ ਵੀ ਆਉਂਦਾ ਹੈ, ਬੇਮੁਹਤਾਜਾ ਬੇਪਰਵਾਹ ਨਾਨਕ ਦਾਸ ਕਹੋ ਗੁਰ ਵਾਹ। ਤਾਂ ਇਹ ਵਾਹਿਗੁਰੂ ਜਿਹੜਾ ਹੈ ਇਹ ਗੁਰੂ ਨੂੰ ਵਾਹ, ਉਸ ਨੂੰ ਇਟਸ ਅ ਸਾਈਨ ਆਫ ਐਕਸਕਲੇਮੇਸ਼ਨ। ਇਹ ਨਾਉਨ ਨਹੀਂ ਹੈ, ਵਾਹਿਗੁਰੂ ਨਾਉਨ ਨਹੀਂ ਹੈ। ਤਾਂ ਇਸ ਕਰਕੇ ਇਸ ਨੂੰ ਅਕਾਲ ਪੁਰਖ ਵਾਚ ਕਰਕੇ ਅਸੀਂ ਇਸ ਨੂੰ ਨਹੀਂ ਲੈ ਸਕਦੇ ਹੈਗੇ, ਕਿਉਂਕਿ ਇਹ ਸਾਈਨ ਆਫ ਐਕਸਕਲੇਮੇਸ਼ਨ ਨਾਲ ਹੈ, ਇਹ ਗੁਣਵਾਚਕ ਹੈ, ਐਡਜੈਕਟਿਵ ਹੈ। ਤਾਂ ਇਸ ਕਰਕੇ ਅਸੀਂ ਇਹਨੂੰ ਗੁਰੂ ਦੇ ਬਾਰੇ ਹੀ ਉਹਨੂੰ ਵਾਹ ਕਹਿ ਕੇ ਹੀ ਅਸੀਂ ਜਿਹੜਾ ਹੈ ਯਾਦ ਕਰ ਸਕਦੇ ਹਾਂ। ਤਾਂ ਬਾਕੀ ਜਿਹੜਾ ਸਵਾਲ ਹੈ, ਦੂਜਾ ਸਵਾਲ ਹੈ ਕਿ ਨਾਮ ਸਿਮਰਨ ਕਿਵੇਂ ਕਰੀਏ। ਇਹੀ ਰਾਜਾ ਸਿੰਘ ਜੀ? ਹਾਂਜੀ ਹਾਂਜੀ, ਨਾਮ ਸਿਮਰਨ, ਹਾਂਜੀ, ਕਿਸ ਤਰ੍ਹਾਂ ਕਰੀਏ, ਨਾਮ ਸਿਮਰਨ ਕਿਸ ਤਰ੍ਹਾਂ ਕਰੀਏ। ਤਾਂ ਪਹਿਲਾਂ ਤੇ ਇਹ ਹੈ ਕਿ ਨਾਮ ਸਿਮਰਨ ਜਿਹੜੇ ਦੋ ਹਿੱਸੇ ਨੇ ਨਾਮ ਸਿਮਰਨ ਦੇ, ਇੱਕ ਹੈ ਨਾਮ ਤੇ ਦੂਸਰਾ ਹੈ ਨਾ ਨੂੰ ਕੰਨਾ ਮਮੇ ਥਲੇ ਔਂਕੜ। ਤਾਂ ਇੱਕ ਨਾਮ ਹੈ, ਦੂਸਰਾ ਹੈ ਸਿਮਰਨ। ਤਾਂ ਜਦੋਂ ਅਸੀਂ ਇਸ ਦੇ ਅਖਰੀ ਅਰਥ ਦੇਖਦੇ ਹਾਂ ਕੋਸ਼ਾਂ ਵਿੱਚੋਂ, ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਕੋਸ਼ ਜਿਹੜਾ ਹੈ ਡਾਕਟਰ ਗੁਰਚਰਨ ਸਿੰਘ ਜੀ ਨੇ ਇਸ ਦੇ ਅਰਥ ਲਿਖੇ ਹਨ, ਪਵਿੱਤਰ ਸ਼ਬਦ, ਸ਼ਬਦਾਰਥ ਪ੍ਰਭੂ ਦਾ ਨਾਮ। ਤਾਂ ਐਸਾ ਨਾਮ ਨਿਰੰਜਨ ਹੋਏ, ਉਹਨਾਂ ਨੇ ਜਪਜੀ ਸਾਹਿਬ ਦੇ ਵਿੱਚੋਂ ਕੋਟ ਵੀ ਕੀਤਾ ਹੈ।
ਨਾਨਕ ਨਾਮ ਨਾਮ ਜਪ ਜਪਿਆ ਅੰਤਰ ਬਾਹਰ ਰੰਗ। ਤੋਂ ਮਹਾਨ ਕੋਸ਼ ਦੇ ਪਹਿਲੇ ਨਾਮ ਦੇ ਅਰਥ ਪ੍ਰਸਿੱਧ ਕਰਦੇ ਹਨ। ਤੋਂ ਦਰਪਣ ਵਿੱਚ ਹੀ ਪ੍ਰਭੂ ਦਾ ਨਾਮ ਹੀ ਇਸ ਦੇ ਅਰਥ ਜਿਹੜੇ ਹਨ ਕੀਤੇ ਗਏ ਹਨ। ਤੋਂ ਸਾਨੂੰ ਪਹਿਲੇ ਇੱਕ ਗੱਲ ਇਹ ਸਮਝ ਆ ਜਾਂਦੀ ਹੈ ਕਿ ਪ੍ਰਭੂ ਜੋ ਨਾਮ ਸਿਮਰਨ ਦੇ ਵਿੱਚ ਨਾਮ ਹੈ ਉਹ ਪ੍ਰਭੂ ਦਾ ਸਿਮਰਨ ਹੈ। ਜਿਵੇਂ ਅਸੀਂ ਹੁਣ ਗੱਲ ਕੀਤੀ ਹੈ ਕਿ ਵਾਹਿਗੁਰੂ ਜਿਹੜਾ ਹੈ ਗੁਰੂ ਦਾ ਐਡਜੈਕਟਿਵ ਹੈ, ਉਸ ਵਾਸਤੇ ਉਹ ਵਰਤਿਆ ਗਿਆ ਹੈ ਗੁਰੂ ਨੂੰ ਵਾਹ ਕਰਨ ਵਾਸਤੇ। ਤੋਂ ਹਾਲਾਂਕਿ ਗੁਰੂ ਗ੍ਰੰਥ ਸਾਹਿਬ ਵਿੱਚ ਸਾਨੂੰ ਇਹ ਵੀ ਵਿਚਾਰ ਮਿਲਦੇ ਹਨ ਕਿ ਗੁਰੂ ਵਿੱਚ ਔਰ ਅਕਾਲ ਪੁਰਖ ਦੇ ਵਿੱਚ ਕੋਈ ਫਰਕ ਨਹੀਂ ਹੈ, ਲੇਕਿਨ ਜਦੋਂ ਰੈਫਰੈਂਸ ਟੂ ਕੰਟੈਕਸਟ ਅਸੀਂ ਕਿਸੇ ਸ਼ਬਦ ਨੂੰ ਦੇਖਦੇ ਹਾਂ ਤਾਂ ਉਦੋਂ ਸਾਨੂੰ ਇਹ ਸਮਝ ਆਉਂਦੀ ਹੈ ਕਿ ਇਹ ਗੁਰੂ ਵਾਸਤੇ ਕਿਹਾ ਗਿਆ ਹੈ। ਤੇ ਅਕਾਲ ਪੁਰਖ ਵਾਸਤੇ ਜਦੋਂ ਗੱਲ ਹੁੰਦੀ ਹੈ ਤੇ ਫਿਰ ਉਹ ਅਕਾਲ ਪੁਰਖ ਦੀ ਜਿਹੜੀ ਗੱਲ ਹੈ ਉਸ ਨੂੰ ਸਾਨੂੰ ਧਿਆਨ ਵਿੱਚ ਰੱਖਣਾ ਪਏਗਾ। ਹੁਣ ਅਗਲਾ ਲਫ਼ਜ਼ ਹੈਗਾ, ਵਰਡ ਹੈਗਾ ਸਿਮਰਨ। ਤੋਂ ਸਿਮਰਨ ਦਾ ਭਾਵ ਹੈ ਯਾਦ ਕਰਨਾ। ਗੁਰੂ ਗੌੜੀ ਮਹਲਾ ਪੰਜਵਾਂ ਜੋ ਅੰਗ 189 ਦੇ ਉੱਪਰ ਹੈ, ਉੱਥੇ ਲਿਖਿਆ ਹੈ ਹਰ ਸਿਮਰਨ ਤੇ ਮਿਟੀ ਮੇਰੀ ਚਿੰਤਾ। ਮੇਰੀ ਚਿੰਤਾ ਜਿਹੜੀ ਹੈ ਹਰੀ ਨੂੰ ਸਿਮਰਨ ਕਰਕੇ ਮਿਟ ਗਈ, ਖਤਮ ਹੋ ਗਈ। ਸੋ ਇਹ ਜਿਹੜੇ ਵਿਚਾਰ ਹਨ ਡਾਕਟਰ ਗੁਰਚਰਨ ਸਿੰਘ ਜੀ ਨੇ, ਜਿਵੇਂ ਮੈਂ ਪਹਿਲੇ ਮੈਂਸ਼ਨ ਕੀਤਾ ਹੈ, ਉਹਨਾਂ ਨੇ ਇਸ ਗੁਰੂ ਗ੍ਰੰਥ ਕੋਸ਼ ਦੇ ਵਿੱਚ ਲਿਖਿਆ। ਇਸ ਤੋਂ ਬਾਅਦ ਭਾਈ ਵੀਰ ਸਿੰਘ ਜੀ ਨੇ ਵੀ ਸਿਮਰਨ ਦੇ ਅਰਥ ਲਿਖੇ ਹਨ। ਸਿਮਰ ਯਾਦ यथा बिन सिमरन जो जीवन बलना सर्व जैसे अरजारी नव खंडन को राज कमावे अंत चले गुहारी। तो भाव सिमरन दे अर्थ होए कि याद करना। भाई कान सिंह जी नाभा ने भी महान कोश के अंदर सिमरन दे अर्थ जेड़े लिखे हैं, स्मरण जो संस्कृत का वर्ड स्मरण है उतों लै गया है। तो संज्ञा चेता याद यादाश्त चिंतन सोचना। और गौड़ी महला पंजवा कोट किया है हर पेखन को सिमरत मन मेरा। इष्ट दा नाम अथवा गुण मन दी विरती एकागर करके याद करना। जैसे सिमरन हृदंतर है। संस्कृति श्लोक महला पंजवा। ये जो सानू विचार मिलते हैं तो इन्हां दोनों नू अगर असी मिला के देखते हैं तो सानू यही समझ आती है कि परमात्मा दा जो नाम है उस नू ही असी अपने ध्यान विच रख करके ਉਹਦੇ ਗੁਣਾਂ ਨੂੰ ਹੀ ਆਪਣਾ ਵਿਚਾਰ ਕਰਨ ਨੂੰ ਹੀ ਨਾਮ ਸਿਮਰਨ ਜਿਹੜੇ ਹਨ ਕਹਿੰਦੇ ਹਨ। ਹੁਣ ਅਗਲਾ ਸਵਾਲ ਹੈ ਕਿ ਇਸ ਨੂੰ ਕਰੀਏ ਅਸੀਂ ਕਿਵੇਂ, ਇਹਨੂੰ ਕਿਵੇਂ ਕਰਨਾ ਚਾਹੀਦਾ। ਤੋ ਇਸ ਬਾਰੇ ਜੋ ਥੋੜੀ ਜਿਹੀ ਵਿਚਾਰ ਮੈਂ ਆਪ ਜੀ ਦੇ ਨਾਲ ਸਾਂਝੀ ਕਰਨਾ ਚਾਹਨਾ ਉਹ ਹੈ ਕਿ ਜਿਵੇਂ ਅਸੀਂ ਦੇਖਿਆ ਹੈ ਕਿ ਸਿਮਰਨ ਸੰਸਕ੍ਰਿਤ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਯਾਦ। ਇਸ ਦਾ ਪੰਜਾਬੀ ਅਨੁਵਾਦ ਚੇਤਾ ਹੈ। ਰਾਸ ਬਾਣੀ ਵਿੱਚ ਇੱਕ ਪੰਕਤੀ ਦਰਜ ਹੈ, ਊੜੇ ਊੜ ਆਵੈ ਸਹਿ ਕੋਸਾਂ जिस पाछे बचरे छरिया तिन कवन खिलावे कवन चुगावे मन में सिमरन करया। गुरु ग्रंथ साहब दे 10 अंक दे ऊपर है। इत्थे एक पंछी अन्न दी भाल विच अपने छड़ के घरोने नू सैकड़े कोह दूर उड़दी है जिसनू कूंज कहते हैं, लेकिन उसदे मन विच हमेशा उन्हां बच्चियां दी याद बनी रहिंदी है। मन में सिमरन करिया। तो ये भी एक वीर ने भी पूछा सीगा कि वो जिहड़े उन्हां दे बच्चे ने वो किवें भोजन खांदे हैं जिहड़े उन्हां दे हन। वो है कि जिवें असीं बाद विच एक होर शब्द भी देखांगे, कबीर साहब दा शब्द है जिहड़ा नामा माना माया मोया वाला ये शब्द है। और जिहदे अंदर आनी ले कागज काटी ले गुड़ी वो एग्जाम्पल हैं, वो भी असीं देखते हैं। तो इहदे च है कि उस नूं मन विच उन्हां दी याद जिहड़ी है अपने बच्चों की जिहड़ी है वो रहिंदी है। जिमें कुम्मी का भी है कि कुम्मी जल में तांतिस बाहर खीर पंख तै नाही, कि वो भी जिहड़ी है कुम्मी जिहड़ी है वो बच्चों नूं आंडे दे के अपने पानी दे विच समुद्र विच चली जाती है, लेकिन ਉਹਦੇ मन विच भी अपने बच्चों दे ख्याल रहिंदा है। जिवें साडा भी कोई बच्चा किते विदेश गया होवे किते गया होवे, हालांकि वो अपनी रोजी रोटी अपनी तलाश करदा ही है, क्योंकि साडे मन विच भी रहिंदा यार पता नहीं किवें खांदा होएगा किवें पींदा होएगा। तो असी भी इस तरीके नाल सोचते हैं। तो इसे गल कि इसनूं सिमरन विच है मन दे विच किसी चीज़ नूं याद रखना। दूसरा है कि सिख धर्म विच अकाल पुरख दे सिमरन नूं तरजीह दित्ती गई, इंपॉर्टेंस दित्ती गई है, प्रेफरेंस दित्ती गई है। गुरु ग्रंथ साहब दा फरमान है प्रभ का सिमरन सब ते ऊंचा। श्री गुरु ग्रंथ साहब दे अंक 263 दे उपर है। इस बारे सारे धार्मिक जिहड़े कारजां विचों परमात्मा नूं याद विच रखना या अकाल पुरख का चेता बनाई रखना सब तो उत्तम है। सिक्खी सिद्धांत विच जो शब्दावली वरती गई है
ਉਹ ਹੈ ਨਾਮ ਅਤੇ ਸਿਮਰਨ। ਤੇ ਗੁਰਬਾਣੀ ਪੱਖਾਂ ਤੋਂ ਅਰਥਾਂ ਦੀ ਵਿਚਾਰ ਹੇਠ ਲਿਖੇ ਅਨੁਸਾਰ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਸਫਾ 803 ਤੇ ਇਹ ਪੰਕਤੀ ਦਰਜ ਹੈ, ਸਿਮਰ ਮਨਾ ਰਾਮ ਨਾਮ ਚਿਤਾਰੇ। ਪੰਚਮ ਪਾਤਸ਼ਾਹ ਸਿਮਰਨ ਦਾ ਭਾਵ ਦਰਸਾ ਰਹੇ ਹਨ ਕਿ ਮਨ ਵਿੱਚ ਪਰਮਾਤਮਾ ਨੂੰ ਚਿਤਾਰਨਾ ਹੀ ਸਿਮਰਨ ਦਾ ਅਰਥ ਹੈ। ਲੇਕਿਨ ਹੁਣ ਸਵਾਲ ਇਹ ਹੈ ਕਿ ਜਿਸ ਪਰਮਾਤਮਾ ਦੀ ਕੋਈ ਰੂਪ ਰੇਖਾ ਆਕਾਰ ਜਾਂ ਸ਼ਕਲ ਸੂਰਤ ਹੀ ਨਹੀਂ, ਭਾਵ ਜਿਸ ਦੀ ਕਲਪਨਾ ਹੀ ਮਨ ਵਿੱਚ ਨਹੀਂ ਹੁੰਦੀ, ਉਸ ਦਾ ਚੇਤਾ ਜਾਂ ਯਾਦ ਕਿਸ ਤਰ੍ਹਾਂ ਕੀਤਾ ਜਾਵੇ। ਗੁਰਬਾਣੀ ਦੀ ਪ੍ਰੇਰਨਾ ਇਹ ਹੈ ਕਿ ਸਿੱਖ ਨੇ ਪਰਮਾਤਮਾ ਦਾ ਨਾਮ ਚੇਤੇ ਰੱਖਣਾ ਹੈ, ਉਸ ਦਾ ਨਾਮ ਯਾਦ ਕਰਨਾ ਹੈ, ਭਾਵ ਉਸ ਦੀਆਂ ਵਡਿਆਈਆਂ ਯਾਦ ਕਰਨੀਆਂ ਹਨ, ਕਿਉਂਕਿ ਨਾਮ ਔਰ ਨਾਮੀ ਦੇ ਵਿੱਚ ਕੋਈ ਫਰਕ ਨਹੀਂ ਹੈ। ਗੁਰਬਾਣੀ ਵਿੱਚ ਗੁਰੂ ਸਾਹਿਬ ਨੇ ਨਾਮ ਦਾ ਅਰਥ ਸਪਸ਼ਟ ਕੀਤਾ ਹੈ। ਨਾਮ ਦਾ ਭਾਵ ਨਾਮ ਭਾਵ ਨੇਮ, ਅੰਗਰੇਜ਼ੀ ਦਾ ਨੇਮ ਨਹੀਂ ਹੈ, ਜਿਵੇਂ ਕਿ ਮਨੁੱਖਾਂ ਨੇ ਜਾਂ ਵਸਤੂਆਂ ਦੇ ਨਾਂ ਹਨ। ਸਾਡੇ ਨਾਂ ਸਾਡੇ ਮਾਪਿਆਂ ਜਾਂ ਬਜ਼ੁਰਗਾਂ ਨੇ ਰੱਖੇ ਹੁੰਦੇ ਹਨ, ਜਦੋਂ ਕਿ ਸਾਤੋਂ ਪਹਿਲਾਂ ਵਜੂਦ ਵਿੱਚ ਆਏ ਹਨ। ਵਸਤੂਆਂ ਦੇ ਨਾਂ ਮਾਲਕਾਂ ਨੇ ਬਣਾਈਆਂ ਵਸਤੂਆਂ ਦੇ ਰੱਖੇ ਹੁੰਦੇ ਹਨ। ਪਰਮਾਤਮਾ ਤੋਂ ਪਹਿਲਾਂ ਕੋਈ ਹੈ ਹੀ ਨਹੀਂ ਸੀ, ਉਸ ਦਾ ਮਾਲਕ ਵੀ ਨਹੀਂ ਸੀ, ਤੇ ਨਾ ਹੀ ਉਸ ਨੂੰ ਕੋਈ ਬਣਾਉਣ ਵਾਲਾ ਹੈ। ਇਸ ਕਰਕੇ ਉਸ ਦਾ ਨਾਂ ਰੱਖਣ ਵਾਲਾ ਹੋ ਹੀ ਨਹੀਂ ਸਕਦਾ। ਤਾਂ ਉਸ ਦਾ ਨਾਂ ਕੀ ਹਨ? ਉਸ ਦੇ ਗੁਣ ਹਨ, ਉਸ ਦੀਆਂ ਵਡਿਆਈਆਂ ਹਨ। ਜਿਤਨੇ ਵੀ ਪਰਮਾਤਮਾ ਦੇ ਨਾਂ ਧਾਰਮਿਕ ਦੁਨੀਆ ਵਿੱਚ ਮੌਜੂਦ ਹਨ, ਸਮੇਤ ਸਤਨਾਮ, ਇਹਨਾਂ ਨੂੰ ਕ੍ਰਿਤਮ ਨਾਮ ਕਿਹਾ ਜਾਂਦਾ ਹੈ। ਜੈਸੇ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਸਫਾ 1083 ਤੇ ਗੁਰੂ ਅਰਜਨ ਪਾਤਸ਼ਾਹ ਦਾ ਫਰਮਾਨ ਹੈ, ਕ੍ਰਿਤਮ ਨਾਮ ਕਤੇ ਤੇਰੇ ਜੇਵਾ, ਸਤਨਾਮ ਤੇਰਾ ਪਰਾ ਪੁਰਬਲਾ। ਕ੍ਰਿਤਮ ਨਾਮ ਦਾ ਅਰਥ ਹੈ ਵਡਿਆਈ ਜਾਂ ਸਿਫਤ ਰੂਪੀ, ਜੋ ਪਰਮਾਤਮਾ ਦੀ ਕਿਰਤ ਨਾਲ ਸੰਬੰਧਿਤ ਹਨ, ਭਾਵ ਪਰਮਾਤਮਾ ਦੇ ਗੁਣ, ਉਸ ਦੀਆਂ ਵਡਿਆਈਆਂ। ਜੇ ਕਿਸੇ ਤੇ ਦਇਆ ਕੀਤੀ ਤੇ ਉਹਨਾਂ ਨੂੰ ਦਿਆਲੂ ਕਹਿਤਾ, ਜੇ ਕਿਰਪਾ ਕੀਤੀ ਤੇ ਕਿਰਪਾਲੂ ਕੀਤਾ, ਜੇ ਕਿਸੇ ਨੂੰ ਦੁੱਧ ਪੁੱਤ ਦੀ ਦਾਤ ਮਿਲ ਗਈ ਤੇ ਉਸ ਨੂੰ ਦੁੱਧ ਪੁੱਤ ਦੇਣ ਵਾਲਾ ਕਰਕੇ ਮੰਨਿਆ। ਇਸ ਦਾ ਰੱਬ ਦੀਆਂ ਭਗਤਾਂ, ਪਿਆਰਿਆਂ ਅਥਵਾ ਬੱਚਿਆਂ ਨੇ ਦਿੱਤੇ ਹਨ, ਅਣਗਿਣਤ ਹਨ, ਤੇ ਸਾਰੇ ਬਰਾਬਰ ਹਨ, ਕਿਉਂਕਿ ਇਹ ਸਾਡੇ ਦਿੱਤੇ ਹਨ। ਕੋਈ ਇਹਨਾਂ ਵਿੱਚ ਉੱਚਾ ਨੀਵਾਂ ਨਹੀਂ ਹੈ। ਜੈਸੀ ਜੈਸੀ ਕਿਸੇ ਰੱਬ ਦੇ ਪਿਆਰੇ ਨੇ ਰੱਬ ਦੀ ਕਿਰਤ ਦੇਖੀ ਤੇ ਸਮਝੀ, ਵੈਸੇ ਹੀ ਉਸ ਦਾ ਨਾਂ ਰੱਖ ਦਿੱਤਾ। ਸੋ ਕਿਸੇ ਨੂੰ ਪਰਮਾਤਮਾ ਦਾ ਨਾਂ ਕਹਿੰਦੇ ਹਨ, ਉਹ ਦਰਅਸਲ ਵਿੱਚ ਉਸ ਦੇ ਗੁਣਾਂ ਦਾ ਹੀ ਵੱਖ-ਵੱਖ ਨਾਮ ਵਰਣਨ ਹੈ। ਸੋ ਗੁਰਮਤਿ ਵਿੱਚ ਨਾਮ ਸਿਮਰਨ ਦਾ ਅਰਥ ਹੈ ਪਰਮਾਤਮਾ ਦੇ ਗੁਣਾਂ ਨੂੰ ਯਾਦ ਕਰਨਾ, ਉਸ ਦੀਆਂ ਵਡਿਆਈਆਂ ਨੂੰ ਚੇਤੇ ਕਰਨਾ। ਜੈਸਾ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਪੰਨਾ 1130 ਦੇ ਉੱਤੇ 20 ਦੇ ਉੱਪਰ ਫਰਮਾਨ ਹੈ, ਨਾਮ ਨਿਦਾਨ ਗਾਉ ਗੁਣ ਗੋਬਿੰਦ ਉਧਰ ਸਾਗਰ ਕੇ ਕਾਤ, ਭਾਵ ਗੋਬਿੰਦ ਦੇ ਗੁਣ ਗਾਉਣੇ ਹੀ ਨਾਮ ਹੈ। ਹੁਣ ਸਵਾਲ ਹੈ ਕਿ ਸਿੱਖ ਨੇ ਸਿਮਰਨ ਕਰਨਾ ਕਿਸ ਤਰੀਕੇ ਨਾਲ ਹੈ। ਅਜੋਕੇ ਸਮੇਂ ਵਿੱਚ ਬਹੁਤੀ ਤਾਦਾਦ ਵਿੱਚ ਸਿੱਖਾਂ ਨੇ ਬਾਰ-ਬਾਰ ਸਤਨਾਮ ਜਾਂ ਵਾਹਿਗੁਰੂ ਨੂੰ ਉਚਾਰਨ ਨੂੰ ਸਿਮਰਨ ਸਮਝ ਕੇ ਗੱਲ ਮੁਕਾ ਛੱਡੀ ਹੈ। ਕਈਆਂ ਨੇ ਮਾਲਾ ਫੇਰਨ ਦਾ ਕੰਮ ਆਰੰਭ ਕਰ ਦਿੱਤਾ ਹੈ। ਕਈ ਇਸ ਇੱਕ ਸ਼ਬਦ ਦਾ ਘੰਟਿਆਂ ਬੱਧੀ ਕੀਰਤਨ ਕਰੀ ਜਾਂਦੇ ਹਨ। ਕਈਆਂ ਨੇ ਹੋਰਨਾਂ ਧਰਮਾਂ ਦੀਆਂ ਵਿਧੀਆਂ ਜਾਂ ਤਰੀਕੇ, ਅੱਖਾਂ ਮੀਟਣੀਆਂ, ਲਾਈਟਾਂ ਬੰਦ ਕਰਨੀਆਂ, ਸਾਹ ਅੰਦਰ ਬਾਹਰ ਖਿੱਚਣੇ, ਯੋਗ ਆਸਨ ਲਾ ਕੇ ਉਚਾਰਨ ਆਦਿਕ ਅਪਣਾਉਣੇ ਆਰੰਭ ਕਰ ਦਿੱਤੇ ਹਨ ਅਤੇ ਦਾਅਵਾ ਕਰ ਛੱਡਿਆ ਕਿ ਅਸਲ ਵਿਧੀ ਸਾਡੇ ਕੋਲ ਹੈ। ਨਾਲ ਨਾਲ ਸਿੱਖ ਨੂੰ ਧਿਆਨ ਕਿੱਥੇ ਟਿਕਾਉਣ ਦੇ ਗੁੰਝਲ ਵਿੱਚ ਪਾ ਦਿੱਤਾ। ਕਿਸੇ ਕਹਿ ਦਿੱਤਾ ਤਸਵੀਰ ਸਾਹਮਣੇ ਰੱਖੋ, ਕਿਸੇ ਮੂਰਤੀ, ਕਿਸੇ ਤੀਜੇ ਨੇਤਰ, ਕਿਸੇ ਮੋਮਬੱਤੀ ਜਾਂ ਦੀਵੇ ਦੀ ਲਾਟ, ਜਿਵੇਂ ਤ੍ਰਾਕਟਮ ਯੋਗ ਮੱਧ ਦੇ ਵਿੱਚ ਹੈ। ਲੇਕਿਨ ਗੁਰਬਾਣੀ ਵਿੱਚੋਂ ਇਸ ਉੱਪਰਲੇ ਸਵਾਲ ਦਾ ਜਵਾਬ ਕੀ ਹੈ? ਬਾਰ-ਬਾਰ ਕਿਸੇ ਇੱਕ ਸ਼ਬਦ ਦੇ ਮੰਤਰ ਨੂੰ ਉਚਾਰਨ ਨੂੰ ਰਟਨ ਕਹਿੰਦੇ ਹਨ ਤੇ ਗੁਰਮਤ ਵਿੱਚ ਇਸ ਲਈ ਕੋਈ ਥਾਂ ਨਹੀਂ ਹੈ। ਜੇ ਕਿਸੇ ਇੱਕ ਸ਼ਬਦ ਦੇ ਰਟਨ ਨਾਲ ਗੱਲ ਬਣਦੀ ਹੁੰਦੀ ਤਾਂ ਗੁਰੂ ਗ੍ਰੰਥ ਸਾਹਿਬ ਨੇ ਗੁਰਬਾਣੀ ਨੂੰ 1430 ਪੰਨਿਆਂ ਦਾ ਭੰਡਾਰ ਪੈਦਾ ਕਰਨ ਦੀ ਲੋੜ ਨਾ ਹੁੰਦੀ। ਜੇ ਇੱਕ ਸਤਨਾਮ ਜਾਂ ਵਾਹਿਗੁਰੂ ਦਾ ਗਾਉਣਾ ਹੀ ਕੀਰਤਨ ਹੈ ਤਾਂ ਫਿਰ ਗੁਰੂਆਂ ਨੂੰ ਇਹਨੇ ਲੰਮੇ ਜਿਹੜੇ ਰਾਗਾਂ ਵਿੱਚ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਣ ਦੀ ਕੀ ਲੋੜ ਸੀ? ਤੇ ਗੁਰੂ ਨਾਨਕ ਨੇ ਮਰਦਾਨੇ ਸਮੇਤ ਇੱਕੋ ਸ਼ਬਦ ਸਤਨਾਮ ਦਾ ਹੀ ਕੀਰਤਨ ਕੀਤਾ। ਬਾਕੀ ਦੇ ਜਿਹੜੇ ਸ਼ਬਦ ਹਨ ਉਹ ਗੁਰੂ ਨਾਨਕ ਨੇ ਕਿਸ ਮਨੋਰਥ ਲਈ ਲਿਖੇ? ਇੱਕੋ ਸ਼ਬਦ ਦੇ ਰਟਣ ਦੀ ਗੱਲ ਹੁੰਦੀ ਤਾਂ ਗੁਰੂ ਸਾਹਿਬ ਨੇ ਇਸ ਦਾ ਨਿਰਣਾ ਇੱਕ ਅੱਧੇ ਸਫ਼ੇ ਵਿੱਚ ਹੀ ਮੁਕਾ ਦੇਣਾ ਸੀ। ਤੇ ਮਾਲਾ ਫੇਰਨ ਨੂੰ ਗੁਰਬਾਣੀ ਨੇ ਨਿੰਦਿਆ ਹੈ, ਕਿਉਂਕਿ ਇਹ ਕਰਮ ਕਾਂਡ ਹੈ। ਦਿਖਾਵਾ, ਪ੍ਰਦਰਸ਼ਨੀ ਤੇ ਹੰਕਾਰ ਇਸ ਮਾਲਾ ਦੇ ਸੰਬੰਧਿਤ ਮਸਲੇ ਹਨ। ਇਹ ਗੱਲ ਵੱਖਰੀ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੀਆਂ ਮਨ ਘੜਤ ਤਸਵੀਰਾਂ ਬਣਾ ਕੇ ਗਲ ਵਿੱਚ, ਸਿਰ ਤੇ, ਹੱਥ ਵਿੱਚ ਮਾਲਾ ਪਵਾ ਦਿੱਤੀਆਂ, ਕਿਉਂਕਿ ਅਸਾਂ ਖੁਦ
ਮਾਲਾ ਦੇ ਪਖੰਡ ਨਾਲ ਜੁੜਨਾ ਸੀ। ਜੈਸਾ ਕਿ ਗੁਰਬਾਣੀ ਵਿੱਚ ਦਰਜ ਹੈ, ਜਪ ਮਨ ਮੇਰੇ ਗੋਬਿੰਦ ਕੀ ਬਾਣੀ, ਗੁਰੂ ਗ੍ਰੰਥ ਸਾਹਿਬ ਅੰਕ 192, ਕਿ ਸਿੱਖ ਦਾ ਜਾਪ ਗੁਰੂ ਦੀ ਬਾਣੀ ਹੈ। ਭਾਵ ਬਾਣੀ ਪੜ੍ਹਨਾ ਹੀ ਸਿੱਖ ਦਾ ਜਾਪ ਹੈ, ਨਾ ਕਿ ਕੋਈ ਇੱਕ ਸ਼ਬਦ ਦਾ ਰਟਨ। ਜੋ ਨਕਲੀ ਵਿਧੀਆਂ ਦੇ ਅਸੀਂ ਸ਼ਿਕਾਰ ਹੋ ਗਏ ਹਾਂ, ਇਹਨਾਂ ਨੂੰ ਗੁਰਬਾਣੀ ਨੇ ਥਾਂ ਥਾਂ ਤੇ ਪਖੰਡ ਕਹਿ ਕੇ ਨਿੰਦਿਆ ਹੈ। ਕਈਆਂ ਤਾਂ ਵਿਧੀਆਂ ਵਿੱਚ ਵੀ ਅੰਨਿਆਂ ਦੀ ਤਰ੍ਹਾਂ ਫਸ ਕੇ ਅਸੀਂ ਰਹਿ ਗਏ ਹਾਂ। ਬਾਂਹ ਕਿੱਥੇ ਰੱਖਣੀ ਹੈ, ਉਂਗਲ ਕਿੱਥੇ ਟਿਕਾਉਣੀ ਹੈ। ਹੈਰਾਨੀ ਦੀ ਗੱਲ ਹੈ ਕਿ ਬਾਕੀ ਸਾਰੇ ਕੰਮ ਅਸੀਂ ਅੱਖਾਂ ਖੋਲ ਕੇ ਕਰਦੇ ਹਾਂ, ਲੇਕਿਨ ਸਿਮਰਨ ਅੱਖਾਂ ਮੀਟ ਕੇ ਜਾਂ ਲਾਈਟਾਂ ਬੰਦ ਕਰਕੇ ਕਰੀਏ। ਸ਼ਾਇਦ ਇਹੀ ਕਾਰਨ ਹੈ ਕਿ ਅਸੀਂ ਅੰਨ੍ਹੇਵਾਹ ਇਹ ਸਭ ਕੁਝ ਨੂੰ ਕਬੂਲ ਕਰ ਲਿਆ ਹੈ। ਸੋ ਗੁਰਬਾਣੀ ਦਾ ਫਰਮਾਨ ਹੈ, ਨਾਏ ਸੁਣੀਏ ਘਟ ਚਾਨਣਾ ਅਨੇਰ ਗਵਾਵੈ। ਸੋ ਪੰਨਾ 1300 1240 ਦੇ ਉੱਪਰ ਹੈ। ਐਸਾ ਨਾਮ ਚਾਨਣ ਹੈ, ਸਿੱਖ ਨੂੰ ਇਸ ਦਾ ਅੰਦਰਲਾ ਹਨੇਰਾ ਦੂਰ ਕਰਨਾ ਹੈ। ਤੋ ਅਸੀਂ ਇਹ ਸਾਰੇ ਵਿਚਾਰ ਤੋਂ ਅਸੀਂ ਇਹ ਸਮਝੇ ਹਾਂ ਕਿ ਗੁਰਬਾਣੀ ਦਾ ਕੀਰਤਨ, ਗੁਰਬਾਣੀ ਨੂੰ ਪੜ੍ਹਨਾ, ਗੁਰਬਾਣੀ ਨੂੰ ਵਿਚਾਰਨਾ ਔਰ ਗੁਰਬਾਣੀ ਅਨੁਸਾਰ ਆਪਣੇ ਜੀਵਨ ਨੂੰ ਢਾਲਣਾ ਹੀ ਅਸਲ ਜਿਹੜਾ ਹੈ ਉਹ ਸਿਮਰਨ ਹੈ। ਕਿਸੇ ਪ੍ਰਕਾਰ ਦਾ ਰਟਨ ਕਰਨਾ ਗੁਰਬਾਣੀ ਨੂੰ ਯਾਦ ਤਾਂ ਕਰਨ ਵਾਸਤੇ ਕੀਤਾ ਜਾ ਸਕਦਾ ਹੈ, ਲੇਕਿਨ ਕਿਸੇ ਇੱਕ ਸ਼ਬਦ ਦਾ ਜਿਹੜਾ ਰਟਨ ਹੈ ਉਸ ਨੂੰ ਗੁਰਬਾਣੀ ਦੇ ਵਿੱਚ ਸਿਮਰਨ ਨਹੀਂ ਕਿਹਾ ਗਿਆ। ਸੋ ਜਦੋਂ ਅਸੀਂ ਦੇਖਦੇ ਹਾਂ ਕਿ ਅਲੱਗ-ਅਲੱਗ ਤਰੀਕੇ ਨਾਲ ਸਿਮਰਨ ਹੁੰਦੇ ਹਨ, ਉਹ ਕੇਵਲ ਅਸੀਂ ਆਪਣੇ ਆਪ ਨੂੰ ਜਿਹੜਾ ਹਨੇਰੇ ਵਿੱਚ ਰੱਖਦੇ ਹਾਂ। ਸੋ ਗੁਰਬਾਣੀ ਦਾ ਕੀਰਤਨ ਕਰਨਾ, ਗੁਰਬਾਣੀ ਦਾ ਪੜ੍ਹਨਾ, ਗੁਰਬਾਣੀ ਦਾ ਵਿਚਾਰਨਾ, ਗੁਰਬਾਣੀ ਦਾ ਪ੍ਰਚਾਰ ਕਰਨਾ ਹੀ ਅਸਲੀ ਨਾਮ ਸਿਮਰਨ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲ 'ਚ ਇਹ ਐਸਾ ਵਿਸ਼ਾ ਜੀ ਜਿੱਥੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਨੇ ਬੜੇ ਬੜੇ ਵਿਦਵਾਨਾਂ, ਔਰ ਵੱਖ-ਵੱਖ ਮਤਾਂ ਦੇ ਆਪੋ ਆਪਣੇ ਵਿਚਾਰ ਨੇ। ਤੋ ਇਹ ਬੜਾ ਹੀ ਇੱਕ ਗੁੰਝਲਦਾਰ ਔਰ ਬੜਾ ਵੱਡਾ ਵਿਸ਼ਾ ਹੈ। ਤੋ ਵੀਰ ਜੀ ਨੇ ਸਾਨੂੰ ਕੁਛ ਸ਼ਬਦਾਂ ਵਿੱਚ ਸਾਨੂੰ ਦੱਸਿਆ। ਤੋ ਅਖੀਰ ਤੇ ਜਿਹੜੀ ਉਹਨਾਂ ਗੱਲ ਕਹੀ, ਅਸਲ ਗੱਲ ਤਾਂ ਇਹ ਹੈ ਕਿ ਅਸੀਂ ਵਾਹਿਗੁਰੂ ਜੀ ਨਾਲ ਇੱਕ ਮਿਕ ਹੋਣਾ। ਇਹ ਠੀਕ ਹੈ, ਇਹ ਅਲਟੀਮੇਟ ਸਟੇਜ ਜਿਹੜੀ ਹੈ। ਆਪਾਂ ਪ੍ਰਾਇਮਰੀ ਸਟੇਜ 'ਤੇ ਕਈ ਗੱਲਾਂ ਹੋ ਸਕਦੀਆਂ, ਵੀ ਕੋਈ ਅੱਖਰ ਪੜ੍ਹਨਾ ਹੈ ਜਾਂ ਕਰਨਾ ਹੈ ਜਾਂ ਕਿੱਦਾਂ। ਮਤਲਬ ਤੇ ਹੈ ਕਿ ਅਸਲ ਗੱਲ ਇਹ ਹੈ ਕਿ ਅਲਟੀਮੇਟ ਜਿਹੜੀ ਸਟੇਜ ਉਹ ਹੈ ਕਿ ਸਾਡੀ ਬਿਰਤੀ ਜਿਹੜੀ ਹੈ ਵਾਹਿਗੁਰੂ ਜੀ ਨਾਲ ਹਰ ਵੇਲੇ ਜੁੜੀ ਰਹੇ। ਸਵਾਸ ਅਸੀਂ ਵਾਹਿਗੁਰੂ ਨਾਲ ਜੁੜ ਜਾਈਏ, ਉਹੀ ਸਿਮਰਨ। ਬਾਕੀਆਂ ਗੱਲਾਂ ਜਿਹੜੀਆਂ ਨੇ ਬਿਲਕੁਲ ਪ੍ਰਾਇਮਰੀ ਰਹਿ ਜਾਂਦੀਆਂ ਨੇ। ਤੋ ਅਸਲ ਗੱਲ ਜਿਹੜੀ ਇਹ ਹੈ ਕਿ ਸਾਡਾ ਜੀਵਨ ਇੰਨਾ ਕੁ ਸ਼ੁੱਧ ਹੋ ਜਾਏ ਕਿ ਅਸੀਂ ਵਾਹਿਗੁਰੂ ਵਰਗੇ ਹੀ ਹੋ ਜਾਈਏ। ਭਾਵ ਜਿਸ ਤਰ੍ਹਾਂ ਦਾ ਵਾਹਿਗੁਰੂ ਸ਼ੁੱਧ ਹੈ, ਅਸੀਂ ਆਪਣੇ ਆਪ ਨੂੰ ਉਹ ਜਿਹਾ ਸ਼ੁੱਧ ਕਰਨਾ ਹੈ ਜਿਸ ਤਰ੍ਹਾਂ ਕਿ ਆਪਾਂ ਮੂਲ ਮੰਤਰ 'ਚ ਰੋਜ਼ ਪੜ੍ਹਦੇ। ਤੋ ਧੰਨਵਾਦ ਵੀਰ ਜੀ ਆਪ ਜੀ ਦਾ। ਤੋ ਸਾਧ ਸੰਗਤ ਜੀ, ਮੈਂ ਫਿਰ ਬੇਨਤੀ ਕਰਦੇ ਹਾਂ ਕਿ ਇਹ ਸ਼ਬਦ ਜਿਹੜਾ ਸਵਾਲ ਹੈ, ਇਹ ਬੜਾ ਗੁੰਝਲਦਾਰ ਸਵਾਲ ਹੈ। ਇਹਦੇ ਬਾਰੇ ਵੱਖ-ਵੱਖ ਰਾਵਾਂ ਵੀ ਹੋ ਸਕਦੀਆਂ ਨੇ। ਤੋ ਪਰ ਅਲਟੀਮੇਟ ਸਟੇਜ ਦੀ ਆਪਾਂ ਗੱਲ ਕੀਤੀ ਹੈ, ਵੀਰ ਜੀ ਨੇ ਵੀ ਦੱਸੀ ਹੈ ਕਿ ਸਭ ਕੁਝ ਕਰਨ ਦੇ ਬਾਵਜੂਦ ਗੱਲ ਤੇ ਇਹ ਹੈ ਕਿ ਅਸੀਂ ਆਪਣੇ ਜੀਵਨ ਨੂੰ ਉਹਦੇ ਵਰਗਾ ਬਣਾਉਣਾ ਹੈ। ਜੇ ਸਾਡਾ ਜੀਵਨ ਘੜਿਆ ਜਾਏ ਤਾਂ ਇਹੀ ਸਿਮਰਨ। ਤੋ ਧੰਨਵਾਦ ਵੀਰ ਜੀ ਆਪ ਜੀ ਦਾ। ਤੋ ਸਾਧ ਸੰਗਤ ਜੀ, ਮੈਂ ਅਗਲੇ ਸਵਾਲ ਵੱਲ ਚੱਲਦਾ। ਇੱਕ ਸਵਾਲ ਸਾ ਗੁਲਬਰਗ ਸਿੰਘ ਜੀ ਨੇ ਪਾਇਆ ਸੀ, ਅੱਜ ਸ਼ਾਇਦ ਉਹ ਸੰਗਤ 'ਚ ਨਹੀਂ। ਉਹ ਆਪ ਵਿਦਵਾਨ ਨੇ, ਵਿਚਾਰਵਾਨ ਨੇ। ਉਹਨਾਂ ਨੇ ਸਵਾਲ ਕੀਤਾ ਹੈ ਕਿ ਖਾਲਕ ਖਲਕ ਮੈਂ, ਆਪਾਂ ਗੁਰਬਾਣੀ 'ਚ ਪੜ੍ਹਦੇ ਹਾਂ ਕਿ ਫਰੀਦਾ ਖਾਲਕ ਖਲਕ ਮੈਂ। ਤੇ ਪਰ ਉਹ ਕਹਿੰਦੇ ਵੀ ਆਮ ਤੌਰ ਤੇ ਜਿਸ ਵੇਲੇ ਆਪਾਂ ਦੇਖਦੇ ਹਾਂ ਪ੍ਰਚਾਰਕ ਲੋਕ ਜਾਂ ਜਿਹੜੇ ਬੁਲਾਰੇ ਹੁੰਦੇ ਨੇ, ਜਿਸ ਵੇਲੇ ਪ੍ਰਭੂ ਦੀ, ਰੱਬ ਦੀ ਗੱਲ ਆਉਂਦੀ ਹੈ ਤੇ ਉਹਨਾਂ ਦੀ ਉਂਗਲ ਉੱਪਰ ਜਾਂਦੀ ਹੈ, ਹੱਥ ਉੱਪਰ ਵੱਲ ਇਸ਼ਾਰਾ ਕਰਦੇ ਨੇ ਵੀ ਕਿ ਇਹ ਰੱਬ ਉੱਪਰ ਹੈ, ਕਿ ਉੱਪਰ ਹੈ ਕਿ ਨਹੀਂ ਹੈ, ਨੀਚੇ ਹੈ। ਮੈਂ ਬੇਨਤੀ ਕਰ ਰਿਹਾ ਵੀਰ ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਨੂੰ ਵੀ ਉਹ ਕਿਰਪਾ ਕਰਕੇ ਸਾਨੂੰ ਸੰਖੇਪ ਤੌਰ ਤੇ ਦੱਸ ਦੇਣ ਬਈ ਜਿਹੜਾ ਇਹ ਸਵਾਲ ਹੈ ਕਿ ਰੱਬ ਦੀ ਗੱਲ ਕਰਦੇ ਆ ਸਾਡਾ ਇਸ਼ਾਰਾ ਉੱਪਰ ਵੱਲ ਕਿਉਂ ਹੁੰਦਾ। ਹਾਂਜੀ ਦੱਸੋ ਜੀ। ਅਨਮਿਊਟ ਕਰ ਲਓ ਪ੍ਰਿੰਸੀਪਲ ਸਾਹਿਬ। ਹਾਂਜੀ ਹੁਣ ਆਈ, ਕਰੋ ਜੀ ਸ਼ੁਰੂ। ਆਵਾਜ਼ ਨਹੀਂ ਆ ਰਹੀ ਪ੍ਰਿੰਸੀਪਲ ਸਾਹਿਬ, ਤੁਹਾਡੀ ਅਨਮਿਊਟ ਕਰ ਲਓ। ਮਿਊਟ ਹੋ ਗਿਆ ਤੁਹਾਡਾ। ਹੁਣ ਆਉਂਦੀ ਜੀ? ਹਾਂਜੀ ਹੁਣ ਹੋ ਗਿਆ, ਠੀਕ ਹੈ। ਹਾਂਜੀ ਵੀਰ ਜੀ, ਬੇਨਤੀ ਹੈ, ਇਹ ਗੱਲ ਬਿਲਕੁਲ ਠੀਕ ਹੈ ਵੀ ਗੁਰਬਾਣੀ ਅਨੁਸਾਰ ਰੱਬ ਦਾ ਵਾਸਾ ਮਨੁੱਖ ਦੇ ਅੰਦਰ ਹੈ। ਅਨੇਕਾਂ ਪ੍ਰਮਾਣ ਇਸ ਪ੍ਰਥਾਈ ਦਿੱਤੇ ਜਾ ਸਕਦੇ ਨੇ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਜਾਂ ਗੁਰੂ ਅਰਜਨ ਪਾਤਸ਼ਾਹ ਦੇ ਪਾਵਨ ਬਚਨ ਹਨ
सगल बनस्पत में बैसंतर सगल दूध में घिया, ऊच नीच में जोत समाणी, घट घट माधो जिया। एक अनेक व्यापक पूरक जद देखो तत् सोई, माया चित्र विचित्र विमोहित बिरला बुझ्या कोई। सब गोविंद है सब गोविंद है, गोविंद बिन नहीं कोई। अवले अल्लाह नूर पाया, जहाँ एते औरत मर्दा साजे सब रूप तुम्हारे। कबीर पुंगरा राम अल्लाह का, सब गुर पीर हमारे। ਜਾਂ ਬਾਬਾ ਨਾਮਦੇਵ ਜੀ ਵੀ ਕਹਿੰਦੇ ਹਨ, ਈਬੇ ਬੀਠਲ ਉਬੇ ਬੀਠਲ ਬੀਠਲ ਬਿਨ ਸੰਸਾਰ ਨਹੀਂ, ਥਾਨ ਥਨੰਤਰ ਨਾਮਾ ਪ੍ਰਣਵੈ ਪੂਰ ਰਿਓ ਤੂੰ ਸਰਬ ਮਹਿ। ਸੋ ਕਾਰਨ ਕੀ ਹੈ ਕਿ ਮਨੁੱਖ ਜਦੋਂ ਰੱਬ ਦੀ ਹੋਂਦ ਦੀ ਗੱਲ ਜਾਂ ਰੱਬ ਵਿੱਚ ਵਿਸ਼ਵਾਸ ਦੀ ਗੱਲ ਕਰਦਾ ਹੈ, ਉਸ ਵੇਲੇ ਉਹ ਆਪਣੀ ਉਂਗਲ ਜਿਹੜੀ ਹੈ ਆਕਾਸ਼ ਵੱਲ ਨੂੰ ਚੱਕਦਾ ਹੈ। ਮੈਂ ਸਮਝਦਾ ਇਸ ਦਾ ਕਾਰਨ ਹੈ ਕਿ ਸਾਡੇ ਜਿਹੜੇ ਵੱਡੇ ਮੱਤ ਨੇ ਬਹੁ ਗਿਣਤੀ ਦੇ ਵਿੱਚ, ਉਹਨਾਂ ਨੇ ਰੱਬ ਨੂੰ ਇੱਕ ਮਨੁੱਖ ਵਾਂਗ ਜਾਂ ਇੱਕ ਰਾਜੇ ਵਾਂਗ ਚਿਤਵਿਆ ਹੈ। ਈਸਾਈ ਮਸਾਈ ਯਹੂਦੀ ਤੇ ਇਸਲਾਮ ਦਾ ਵਿਸ਼ਵਾਸ ਹੈ ਕਿ ਰੱਬ ਇੱਕ ਰਾਜੇ ਵਾਂਗ ਸੱਤਵੇਂ ਅਸਮਾਨ ਤੇ ਬੈਠਾ ਹੈ ਤੇ ਸਾਰੀ ਸ੍ਰਿਸ਼ਟੀ ਨੂੰ ਆਪਣੇ ਦੂਤਾਂ ਦੇ ਰਾਹੀਂ ਚਲਾ ਰਿਹਾ ਹੈ। ਹਿੰਦੂ ਧਰਮ ਨੇ ਵੀ ਰੱਬ ਨੂੰ ਇੱਕ ਰਾਜੇ ਦੇ ਰੂਪ ਵਿੱਚ ਚਿਤਵਿਆ ਤੇ ਅਵਤਾਰਵਾਦੀ ਪਰੰਪਰਾ ਜਿਹੜੀ ਹੈ ਉੱਥੇ ਸ਼ੁਰੂ ਹੋ ਗਈ ਤੇ ਉਹ ਵੀ ਵੱਖ-ਵੱਖ ਤੀਰੀਆਂ ਤੇ ਕੰਮ ਕਰਦੇ ਹਨ ਕਿ ਨਰਕਾਂ ਤੇ ਸਵਰਗਾਂ ਦੀ ਗੱਲ, ਲੇਖਾ ਜੋਖਾ ਤੇ ਰੱਬ ਦਾ ਵਿਸ਼ਵਾਸ ਜਿਹੜਾ ਉਹਨਾਂ ਦਾ, ਉਹ ਵੀ ਲਗਭਗ ਪੱਛਮੀ ਮੱਤਾਂ ਦੇ ਵਾਂਗ ਹੀ ਹੈ। ਸੋ ਬਹੁ ਗਿਣਤੀ ਦਾ ਜਿਹੜਾ ਹੈ ਉਹ ਇਹ ਵਿਸ਼ਵਾਸ ਹੈ ਕਿ ਰੱਬ ਬਹੁਤੇ ਧਰਮਾਂ ਦਾ ਕਿ ਸੱਤਵੇਂ ਆਕਾਸ਼ ਤੇ ਰਹਿੰਦਾ ਹੈ। ਕਈਆਂ ਨੇ ਪੱਛਮ ਦੇ ਵਿੱਚ ਤੇ ਕਈਆਂ ਨੇ ਦੱਖਣ ਵਿੱਚ ਰੱਬ ਦਾ ਵਾਸਾ ਮੰਨਿਆ। ਗੁਰਮਤਿ ਨੇ ਇਸ ਗੱਲ ਨੂੰ ਵੀ ਰਿਜੈਕਟ ਕੀਤਾ। ਸਰਵੰਸਦਾਨੀ ਦਸ਼ਮੇਸ਼ ਪਿਤਾ ਜੀ ਰੋਜ਼ਾਨਾ ਸਵਈਆਂ ਸਮਝਾਉਂਦੇ ਹਨ, ਕਾਹੂ ਲਖਿਓ ਹਰ ਰਵਾਚੀ ਦਿਸ਼ਾਵੇਂ, ਕਾਹੂ ਪਿਸ਼ਾਕ ਕੋ ਸੀਸ ਨਿਵਾਇਓ, ਕੂਰ ਕਿਰੇ ਔਰ ਜਿਓ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਜਾਂ ਬਾਬਾ ਕਬੀਰ ਜੀ ਦੇ ਪਾਵਨ ਬਚਨ, ਦੱਖਣ ਦੇਸ਼ ਹਰੀ ਕਾ ਵਾਸਾ, ਪੱਛਮ ਅਲਾ ਮੁਕਾਮਾ, ਦਿਲ ਮੈਂ ਖੋਜ ਦਿਲੇ ਦਿਲ ਖੋਜੋ, ਇਹੀ ਠੌਰ ਮੁਕਾਮਾ। ਭਾਵ ਬਾਣੀ ਦਾ ਹਰ ਪ੍ਰਮਾਣ ਪਰਮਾਤਮਾ ਦੀ ਹੋਂਦ ਦਾ ਗਵਾਹ, ਪਰ ਉਹ ਵਸਦਾ ਜਿਹੜਾ ਮਾਨਵਤਾ ਦੇ ਵਿੱਚ ਜ਼ਰਰੇ ਜ਼ਰਰੇ ਦੇ ਵਿੱਚ ਰਮਿਆ ਹੋਇਆ। ਇਸ ਪ੍ਰਥਾਏ ਸੈਂਕੜੇ ਪ੍ਰਮਾਣ ਦਿੱਤੇ ਜਾ ਸਕਦੇ ਨੇ। ਸੋ ਹੱਥ ਉੱਪਰ ਨੂੰ ਚੱਕਣ ਦਾ ਕਾਰਨ ਬਹੁ ਗਿਣਤੀ ਦੇ ਪ੍ਰਭਾਵ ਥੱਲੇ ਆ ਕੇ ਹੀ ਮਨੁੱਖ ਰੱਬ ਦੀ ਹੋਂਦ ਤੇ ਹਸਤੀ ਦੱਸਣ ਲਈ ਉਹ ਬਹੁ ਗਿਣਤੀ ਦੇ ਵੱਲ ਦੇਖ ਦੇਖ ਕੇ ਆਦੀ ਬਣ ਗਿਆ ਤੇ ਹੱਥ ਉੱਪਰ ਚੱਕਣ ਲੱਗ ਪਿਆ। ਇੱਥੋਂ ਤੱਕ ਕਿ ਸਿੱਖਾਂ ਨੂੰ ਵੀ ਕਈ ਵਾਰ ਅਜਿਹਾ ਹੀ ਕਰਦੇ ਦੇਖੀਦਾ ਹੈ। ਮੈਂ ਬੇਨਤੀ ਕਰਾਂਗਾ ਕਿ ਬਹੁ ਗਿਣਤੀ ਦੇ ਸਿੱਖਾਂ ਨੂੰ ਇਸ ਪ੍ਰਭਾਵ ਦਾ ਸ਼ਿਕਾਰ ਨਹੀਂ ਬਣਨਾ ਚਾਹੀਦਾ, ਬਲਕਿ ਉਹ ਪਰਿਪੂਰਨ ਪਰਮਾਤਮਾ ਪਰਮ ਹਸਤੀ ਜੋ ਹੈ ਉਹ ਆਕਾਸ਼ ਵਿੱਚ ਨਹੀਂ, ਬਲਕਿ ਉਹ ਮਨੁੱਖ ਦੇ ਹਿਰਦੇ ਵਿੱਚ ਹੈ। ਇਹ ਸਰੀਰਾ ਮੇਰੇ ਹਰ ਤੁਮ ਮੈਂ ਜੋਤ ਰੱਖੀ, ਤਾਂ ਤੂੰ ਜਗ ਮੈਂ ਆਇਆ। ਜਾਂ ਪਹਿਲਾਂ ਵੀ ਜਿਹੜੇ ਮੈਂ ਪ੍ਰਮਾਣ ਆਪ ਜੀ ਦੇ ਸਾਹਮਣੇ ਰੱਖੇ ਹਨ, ਦਿਲ ਮੈਂ ਖੋਜ ਦਿਲੇ ਦਿਲ ਖੋਜੋ, ਇਹੀ ਠੌਰ ਮੁਕਾਮਾ। ਇਸ ਲਈ ਇੱਕ ਆਦਤ ਜਿਹੀ ਹੋਈ ਬਣ ਗਈ ਮਨੁੱਖ ਇੱਕ ਦੂਜੇ ਨੂੰ ਦੇਖ ਕੇ ਦੇਖਾ ਦੇਖੀ ਸਭ ਕਰੇ, ਮਨਮੁਖ ਬੂਝ ਨਾ ਪਾਏ। ਇਸ ਗੱਲ ਤੇ ਇਸ ਵਹਿਮ ਦਾ ਸ਼ਿਕਾਰ ਹੋ ਗਿਆ। ਪਰ ਇਹ ਸਾਨੂੰ ਯਾਦ ਰੱਖਣਾ ਪਵੇਗਾ ਕਿ ਪ੍ਰਮਾਤਮਾ ਦੀ ਹਸਤੀ ਦੇਸ਼, ਧਰਮ, ਕੌਮ, ਆਕਾਸ਼, ਧਰਤੀ ਜਾਂ ਪਤਾਲ ਦੀਆਂ ਹੱਦਾਂ ਦੀ ਮੁਹਤਾਜ ਨਹੀਂ, ਬਲਕਿ ਉਹ ਪ੍ਰਮਾਤਮਾ ਤਾਂ ਹਰ ਕਿਸਮ ਦੇ ਬੰਧਨ ਤੋਂ ਮੁਕਤ ਹੈ ਤੇ ਉਹ ਜ਼ਰੇ ਜ਼ਰੇ ਵਿੱਚ ਕਰ ਆਸਣ ਡਿੱਠੋ ਚਾਓ, ਆਸਾ ਕੀ ਵਾਰ ਦੇ ਵਿੱਚ ਗੁਰੂ ਮਹਾਰਾਜ ਦਾ ਪ੍ਰਮਾਨ ਹੈ ਤੇ ਉਹ ਬੰਧਨਾਂ ਤੋਂ ਮੁਕਤਾ, ਬੰਧਨ ਮੁਕਤਾ ਜਾਤ ਨਾ ਦੀਸੈ, ਸਗਲੇ ਸਾਜ ਕਰਤ ਜਗਦੀਸ਼ੈ। ਅਨੇਕਾਂ ਪ੍ਰਮਾਣ ਇਸ ਪ੍ਰਥਾ ਦਿੱਤੇ ਜਾ ਸਕਦੇ ਨੇ। ਸੋ ਅਸੀਂ ਕੁੱਲ ਮਿਲਾ ਕੇ ਇਹੀ ਕਹਿ ਸਕਦੇ ਹਾਂ ਕਿ ਪ੍ਰਮਾਤਮਾ ਦਾ ਵਾਸਾ ਅੰਦਰ ਹੈ, ਪਰ ਦੇਖਾ ਦੇਖੀ ਅਸੀਂ ਇੱਕ ਰੱਬ ਵਿੱਚ ਜ਼ਰੇ ਜ਼ਰੇ ਵਿੱਚ ਉਸ ਦਾ ਵਿਸ਼ਵਾਸ ਮੰਨਣ ਵਾਲੇ ਵੀ ਕਈ ਵਾਰ ਇਸ਼ਾਰਾ ਉਹਨਾਂ ਦੀ ਤਰ੍ਹਾਂ ਕਰ ਦਿੰਦੇ ਹਾਂ। ਸੋ ਸਾਨੂੰ ਪਰਿਪੂਰਨ ਪ੍ਰਮਾਤਮਾ ਵਾਹਿਗੁਰੂ ਜੀ ਨੂੰ ਕਿਸੇ ਸਤਵੇਂ ਆਕਾਸ਼ ਤੇ ਜਾਂ ਹੋਰ ਉੱਪਰ ਕਿਸੇ ਹੋਰ ਦਿਸ਼ਾ ਦੇ ਵਿੱਚ ਨਹੀਂ ਦੇਖਣਾ ਚਾਹੀਦਾ ਤੇ ਸਾਨੂੰ ਉਸ ਗਲਤ ਸ਼ਿਕਾਰ ਦਾ, ਉਸ ਗਲਤ ਭਾਵਨਾ ਦਾ, ਉਸ ਗਲਤ ਪ੍ਰਭਾਵ ਦਾ ਸ਼ਿਕਾਰ ਨਹੀਂ ਹੋਣਾ ਚਾਹੀਦਾ। ਮੈਂ ਇਸ ਪ੍ਰਥਾ ਇੰਨਾ ਕੀ ਦੱਸ ਸਕਦਾ ਹਾਂ। ਹੋਰ ਕੋਈ ਵੀਰ ਇਹਨੂੰ ਹੋਰ ਵਿਸਤਾਰ ਦੇ ਵਿੱਚ ਦੱਸ ਹੋਇਆ ਹੋਵੇ
ਮੇਰੇ ਗਿਆਨ ਵਿੱਚ ਵਾਧਾ ਕਰ ਦੇਵੇ ਤਾਂ ਮੈਂ ਸਾਰਿਆਂ ਦਾ ਧੰਨਵਾਦੀ ਹੋਵਾਂਗਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਪ੍ਰਿੰਸੀਪਲ ਸਾਹਿਬ, ਆਪ ਜੀ ਨੇ ਬੜੇ ਥੋੜੇ ਅੱਖਰਾਂ 'ਚ ਬਹੁਤ ਸਹੀ ਗੱਲ ਔਰ ਸਪਸ਼ਟ ਕੀਤੀ ਹੈ। ਤੋ ਸਾਧ ਸੰਗਤ ਜੀ, ਮੈਂ ਬੇਨਤੀ ਕਰਦੇ ਹਾਂ, ਜਿਹੜਾ ਕਬੀਰ ਸਾਹਿਬ ਜੀ, ਬਾਬਾ ਫਰੀਦ ਜੀ ਦੇ ਬਚਨ ਹੈ, ਖਾਲਕ ਖਲਕ ਮੈਂ, ਅਸਲ 'ਚ ਬਹੁਤ ਉੱਚੀ ਅਵਸਥਾ ਹੈ। ਜੇ ਕਿਤੇ ਇਹ ਅਵਸਥਾ ਜਿਸ ਮਨੁੱਖ ਦੀ ਆ ਜਾਏ ਤਾਂ ਉਹ ਸਾਧ ਸੰਗਤ ਆਪੇ ਸੋਚੋ ਕਿ ਜਿਸ ਨੂੰ ਹੋਰ ਹਰ ਚੀਜ਼, ਦੇਖੋ ਪੜ੍ਹਨਾ ਬੜਾ ਸੌਖਾ ਹੈ, ਅਸੀਂ ਪੜ੍ਹ ਦਿੰਦੇ ਹਾਂ, ਸਭੇ ਘਟ ਰਾਮ ਬੋਲੇ, ਘਟ ਘਟ ਮੈਂ ਹਰਜੂ ਬਸੇ, ਆਪਾਂ ਪੜ੍ਹਦੇ ਜਾਂਦੇ ਹਾਂ, ਪਾਠ ਕਰ ਜਾਂਦੇ, ਪਰ ਇਸ ਅਵਸਥਾ ਤੇ ਪਹੁੰਚਣਾ ਕਿ ਸਾਨੂੰ ਸੱਚਮੁੱਚ ਸਾਰਿਆਂ 'ਚ ਪ੍ਰਭੂ ਦਿਸੇ, ਇਹ ਤਾਂ ਬਹੁਤ ਉੱਚੀ ਔਰ ਬਹੁਤ ਵਧੀਆ ਅਵਸਥਾ ਹੈ। ਜਿਸ ਦੀ ਇਹ ਅਵਸਥਾ ਹੋ ਜਾਏ, ਉਹਦੇ ਲਈ ਤੇ ਕੋਈ ਨਾ ਕੋ ਬੈਰੀ ਨਾ ਹੀ ਬਗਾਨਾ, ਸਗਲ ਸੰਗ ਹਮਕੋ ਬਣਾਈ, ਉਹਦਾ ਤਾਂ ਜੀਵਨ ਬਹੁਤ ਵਧੀਆ ਉੱਚਾ ਸਹਿਜ ਹੋਏਗਾ, ਉਹਨੂੰ ਤੇ ਕਿਸੇ ਵੱਲੋਂ ਕੋਈ ਖਤਰਾ ਨਹੀਂ ਹੈ। ਔਰ ਜੇਕਰ ਸੱਚਮੁੱਚ ਇਹ ਚੀਜ਼ ਜਿਹੜੀ ਹੈ ਇਹ ਆ ਜਾਏ ਸੰਸਾਰ ਦੇ ਵਿੱਚ, ਤਾਂ ਹਰੇਕ ਝਗੜਾ ਜਿਹੜਾ ਆਪਣੇ ਆਪ ਖਤਮ ਹੋ ਜਾਂਦਾ। ਹੁਣ ਸਾਡਾ ਮੈਂ ਮੇਰੀ ਦਾ ਝਗੜਾ ਹੈ, ਤੂੰ ਦਾ ਝਗੜਾ ਹੈ, ਤੇ ਮੈਂ ਮੇਰੀ ਦਾ ਝਗੜਾ ਹੈ, ਜਿਸ ਵੇਲੇ ਮੈਂ ਤੋਂ ਹਟ ਕੇ ਤੂੰ ਵਿੱਚ ਪਹੁੰਚ ਜਾਵਾਂਗੇ, ਹਰੇਕ ਵਾਹਿਗੁਰੂ ਦੇਖਾਂਗੇ, ਤਾਂ ਫਿਰ ਤਾਂ ਕਿਸੇ ਨਾਲ ਆਪਾਂ ਕੁਝ ਕਰ ਹੀ ਨਹੀਂ ਸਕਦੇ, ਨਾ ਕੋਈ ਜ਼ਿਆਦਤੀ ਹੋ ਸਕਦੀ ਹੈ, ਨਾ ਗਲਤ ਹੋ ਸਕਦਾ, ਸਭ ਠੀਕ ਹੀ ਠੀਕ ਹੋਏ। ਤੋ ਬੜੀ ਉੱਚੀ ਅਵਸਥਾ ਹੈ ਕਿ ਹਰੇਕ ਵਿੱਚ ਵਾਹਿਗੁਰੂ ਜੀ ਨੂੰ ਦੇਖਣਾ। ਤੋ ਸਵਾਲ ਭੇਜਣ ਵਾਲਿਆਂ ਦਾ ਧੰਨਵਾਦ ਹੈ। ਤੋ ਸਾਧ ਸੰਗਤ ਜੀ, ਜਿਹੜਾ ਪਹਿਲੇ ਵੀਰ ਤਜਿੰਦਰ ਸਿੰਘ ਜੀ ਸਵਾਲ ਕਰ ਰਹੇ ਸਨ, ਉਹਦੇ ਬਾਰੇ ਵੀਰ ਜਸਬੀਰ ਸਿੰਘ ਜੀ ਨੇ ਗਰੁੱਪ ਚੈਟ 'ਚ ਲਿਖਿਆ ਕਿ ਵਾਹਿਗੁਰੂ ਕੀ ਹੋਇਆ, ਕਿਉਂਕਿ ਜਿਸ ਵੇਲੇ ਦਾਸ ਨੇ ਕਿਹਾ ਕਿ ਵਾਹਿਗੁਰੂ ਨਾਲ ਜੁੜਨਾ ਚਾਹੀਦਾ, ਤਾਂ ਉਹਨਾਂ ਕਿਹਾ ਵੀ ਵਾਹਿਗੁਰੂ ਕੀ ਹੈ। ਹੁਣ ਜਿਹੜਾ ਪ੍ਰਿੰਸੀਪਲ ਸਾਹਿਬ ਨੇ ਸਾਨੂੰ ਇਹ ਦੂਜੇ ਸਵਾਲ ਖਾਲਕ ਖਲਕਮੈ ਵਾਲੀ ਗੱਲ ਕੀਤੀ ਹੈ, ਉਹਦੇ ਵਿੱਚ ਮੈਂ ਆਸ ਕਰਦਾ ਕਿ ਇਹ ਗੱਲ ਹੋਰ ਕਲੀਅਰ ਹੋ ਗਈ ਹੈ। ਅਸਲ ਗੱਲ ਇਹ ਹੈ ਕਿ ਨਾਮ ਦੀ ਗੱਲ ਨਹੀਂ ਹੈ। ਤਜਿੰਦਰ ਸਿੰਘ ਨੇ ਦੱਸਿਆ ਸੀ ਕਿ ਵਾਹਿਗੁਰੂ ਨੂੰ ਆਪਾਂ ਅਨੇਕਾਂ ਨਾਮ ਨਾਲ, ਜੋ ਕੁਝ ਉਹਦੀ ਕਿਸੇ ਨੇ ਵਡਿਆਈ ਦੇਖੀ, ਜੇ ਦਇਆ ਦੇਖੀ ਤੇ ਦਿਆਲੂ ਕਹਿਤਾ, ਕਿਰਪਾ ਦੇਖੀ ਕਿਰਪਾਲੂ ਕਹਿਤਾ, ਰਹਿਮ ਦੇਖਿਆ ਤਾਂ ਰਹੀਮ ਕਹਿਤਾ, ਕੁਝ ਵੀ ਕਹਿ, ਮਤਲਬ ਹੈ ਵੀ ਕਿਸੇ ਨਾਮ ਨਾਲ ਸੰਬੋਧਨ ਕਰੋ। ਅਸਲ ਵਿੱਚ ਇੱਕ ਐਸੀ ਸ਼ਕਤੀ ਹੈ ਜਿਹੜੀ ਸਾਰੀ ਕਾਇਨਾਤ ਨੂੰ ਪੈਦਾ ਕਰਕੇ ਚਲਾ ਰਹੀ ਹੈ, ਔਰ ਜਿਹਦਾ ਵਿਸਥਾਰ ਜਿਹੜਾ ਉਹਦਾ ਜਿਹੜਾ ਐਕਸਪਲੇਨੇਸ਼ਨ ਹੈ ਉਹ ਮੂਲ ਮੰਤਰ 'ਚ ਹੈ, ਜਿਹਦੇ ਨਾਲ ਆਪਾਂ ਰੋਜ਼ ਜੁੜਦੇ। ਤੋ ਇਸ ਕਰਕੇ ਵੀਰ ਜੀ, ਗੱਲ ਕੋਈ ਪਾਰਟੀਕੂਲਰ ਅੱਖਰ ਦੀ ਨਹੀਂ ਹੈ, ਗੱਲ ਤੇ ਮੈਂ ਉਸ ਵੇਲੇ ਬੇਨਤੀ ਕੀਤੀ ਸੀ, ਦੁਬਾਰਾ ਬੇਨਤੀ ਕਰ ਰਿਹਾ, ਗੱਲ ਤੇ ਅਲਟੀਮੇਟ ਸਟੇਜ ਹੈ ਕਿ ਜਿਸ ਵੇਲੇ ਮਨੁੱਖ ਸੱਚਮੁੱਚ, ਜੇ ਵਾਹਿਗੁਰੂ ਨੂੰ ਆਪਾਂ ਜੇ ਲਫ਼ਜ਼ ਵਾਹਿਗੁਰੂ ਕਹਿ ਲਈਏ, ਤੇ ਮਨੁੱਖ ਆਪ ਹੀ ਵਾਹ ਬਣ ਜਾਏ, ਵੰਡਰਸ ਬਣ ਜਾਏ। ਭਾਵ ਇਹ ਹੈ ਕਿ ਪਰਫੈਕਟ ਮਨੁੱਖ ਬਣਨ ਵਾਲੀ ਸਾਡੀ ਜਿਹੜੀ ਹੈ ਇਹ ਪੁਲਾਂਘ ਹੋਣੀ ਚਾਹੀਦੀ ਹੈ। ਇਹ ਸਿਮਰਨ ਦਾ ਮਤਲਬ ਹੀ ਹੈ ਕਿ ਅਸੀਂ ਪਰਫੈਕਸ਼ਨ ਵੱਲ, ਟੂ ਰੀਚ ਟੁਵਰਡਸ ਪਰਫੈਕਸ਼ਨ। ਹਾਲਾਂਕਿ ਪਰਫੈਕਟ ਤੇ ਵਾਹਿਗੁਰੂ ਹੈ, ਪਰ ਆਪਾਂ ਉਸ ਵਾਹਿਗੁਰੂ ਨਾਲ ਜੁੜਨ ਦੀ ਕੋਸ਼ਿਸ਼ ਕਰਨੀ ਹੈ, ਔਰ ਆਪਣੇ ਅੰਦਰੋਂ ਜਿਤਨੀਆਂ ਸਾਡੀਆਂ ਕਮਜ਼ੋਰੀਆਂ ਨੇ ਉਹਨਾਂ ਨੂੰ ਦੂਰ ਕਰਕੇ ਆਪਣੇ ਆਪ ਨੂੰ ਬਿਹਤਰ ਬਣਾਓ। ਧੰਨਵਾਦ। ਤੋ ਆਓ ਸਾਧ ਸੰਗਤ ਜੀ, ਅਗਲਾ ਜਿਹੜਾ ਸਵਾਲ ਹੈ ਉਹ ਗੋਂਡ ਰਾਗ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪੰਨਾ 874 ਤੇ ਇੱਕ ਤੁਕ ਹੈ, ਸਿਮਰਨ ਦ੍ਰੋਪਦ ਸੁਤ ਉਦਰੀ। ਤੋ ਸਵਾਲ ਕੀਤਾ ਸਾ ਸੁਰਜੀਤ ਸਿੰਘ ਜੀ ਨੇ, ਕਹਿੰਦੇ ਉਦਰੀ ਲਫ਼ਜ਼ ਜਿਹੜਾ ਹੈ ਇਹ ਕਿਰਿਆਵਾਚਕ ਵਰਤਿਆ ਜਾਂਦਾ ਹੈ ਇਸਤਰੀ ਲਿੰਗ ਲਈ, ਪਰ ਜਿਹੜਾ ਸੁੱਤ ਹੈ ਉਹਦਾ ਮੈਂ ਉਹ ਤਾਂ ਪੁੱਤਰ ਭਾਵ ਉਹ ਪੁਲਿੰਗ ਹੈ, ਇਹ ਕਿਵੇਂ ਹੋ ਗਿਆ? ਮੈਂ ਵੀਰ ਕਿੱਕਰ ਸਿੰਘ ਨੂੰ ਬੇਨਤੀ ਕਰ ਰਿਹਾ ਕਿ ਇਹਦੇ ਬਾਰੇ ਵਿਚਾਰ ਕਰਨ। ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂ ਵੀਰ ਜੀ, ਸਾਨੂੰ ਠੀਕ ਅਰਥ ਭਾਵ ਸਮਝਣ ਵਾਸਤੇ ਕੇਵਲ ਇਹਦੇ ਵਿੱਚ ਹੀ ਨਹੀਂ ਉਲਝ ਜਾਣਾ ਚਾਹੀਦਾ ਕਿ ਇਹ ਸ਼ਬਦ ਪੁਲਿੰਗ ਹੈ ਜਾਂ ਇਸਤਰੀ ਲਿੰਗ ਹੈ। ਜਿਵੇਂ ਅਸੀਂ ਆਮ ਤੌਰ ਤੇ ਪੜ੍ਹਦੇ ਹਾਂ, ਸਾਚੇ ਤੇ ਪਵਨਾ ਭਇਆ, ਹੁਣ ਉੱਥੇ ਜਿਹੜੀ ਕਿਰਿਆ ਉਹ ਵੀ ਭਇਆ ਤੇ ਪਵਨਾ ਵੀ, ਵੇਖਣ ਨੂੰ ਐਂ ਲੱਗਦਾ ਵੀ ਉਹ ਪੁਲਿੰਗ ਸ਼ਬਦ ਹੈ, ਪਰ ਜਦੋਂ ਉਹਦਾ ਅਰਥ ਕਰਦੇ ਹਾਂ ਤੇ ਅਸੀਂ ਉਹਦਾ ਪਵਨ ਕਰਦੇ ਹਾਂ। ਪਵਨ ਉਤਪੰਨ ਹੋਈ, ਭਾਵ ਪਵਨ ਹਵਾ ਪੈਦਾ ਹੋਈ। ਜਦੋਂ ਕਿ ਸਾਚੇ ਤੇ ਪਵਨਾ ਭਇਆ, ਭਇਆ ਸ਼ਬਦ ਜਿਹੜਾ ਉਹ ਪੁਲਿੰਗਵਾਚਕ ਦੀ ਕਿਰਿਆ, ਪਵਨਾ ਵੀ ਪਵਨ ਆ। ਇਸ ਕਰਕੇ ਗੁਰਬਾਣੀ ਦੇ ਵਿੱਚ ਪਵਨ ਸ਼ਬਦ ਨਾਣੇ ਨੌਕੜ ਨਾਲ ਵੀ ਆਉਂਦਾ, ਗਾਵੇਂ ਤੂੰ ਨਾ ਪੌਣ ਪਾਣੀ ਵਸੰਤਰ, ਲੇਕਿਨ ਅਸੀਂ ਉਹਦਾ ਅਰਥ ਕਰਦੇ ਹਾਂ ਹਵਾ। ਕਈ ਥਾਈਂ ਪਵਨ ਨਾਣਾ ਮੁਕਤਾ ਵੀ ਆਉਂਦਾ ਜੀ। ਸੋ ਸਾਨੂੰ ਇਹ ਬਹੁਤਾ ਇਹਦੇ ਵਿੱਚ ਨਹੀਂ ਉਲਝ ਕੇ ਰਹਿਣਾ ਚਾਹੀਦਾ, ਸਾਨੂੰ ਠੀਕ ਸਟੀਕ ਅਰਥ ਭਾਵ ਸਮਝਣਾ ਚਾਹੀਦਾ। ਜਦੋਂ ਅਸੀਂ
ਸੁੱਤ ਦੀ ਗੱਲ ਕਰਦੇ ਹਾਂ ਤਾਂ ਜੇ ਇੱਕ ਵਚਨ ਪੁਲਿੰਗ ਹੋਵੇ ਤਾਂ ਤੱਤੇ ਨੂੰ ਔਂਕੜ ਨਾਲ ਆਉਣਾ ਚਾਹੀਦਾ। ਸੁੱਤ ਗੁਰਬਾਣੀ ਵਿਆਕਰਨ ਅਨੁਸਾਰ ਜੇ ਇੱਕ ਪੁੱਤਰ ਦੀ ਗੱਲ ਹੋਵੇ ਤਾਂ ਇੱਥੇ ਫਿਰ ਤੱਤੇ ਨੂੰ ਔਂਕੜ ਚਾਹੀਦਾ ਸੀ। ਤੱਤੇ ਨੂੰ ਔਂਕੜ ਮੁਕਤਾ ਕਰਕੇ ਤਾਂ ਫਿਰ ਇੱਥੇ ਦੋ ਆਪਸ਼ਨ ਬਣ ਗਈਆਂ ਜੀ, ਜਾਂ ਤਾਂ ਇਹ ਸ਼ਬਦ ਬਹੁਤੇ ਪੁੱਤਰਾਂ ਦੀ ਗੱਲ ਹੈ ਤੇ ਜਾਂ ਫਿਰ ਇਸਤਰੀ ਲਿੰਗ ਦੀ ਗੱਲ ਹੈ। ਜਿਹੜਾ ਸੁੱਤ ਸ਼ਬਦ ਹੈ ਇਹ ਸੰਸਕ੍ਰਿਤ ਦਾ ਸ਼ਬਦ ਹੈ ਜੀ। ਜਿਵੇਂ ਹਰ ਇੱਕ ਭਾਸ਼ਾ ਦਾ ਆਪੋ ਆਪਣਾ ਗਿਆਨ ਹੈ, ਲੜਕਾ, ਲੜਕੀ, ਪੁੱਤਰ, ਪੁੱਤਰੀ, ਬੇਟਾ, ਬੇਟੀ, ਇਸ ਤਰ੍ਹਾਂ ਲਿੰਗ ਪੁਲਿੰਗ ਸ਼ਬਦ ਬਣਾਏ ਜਾਂਦੇ ਆ। ਇੱਥੇ ਵੀ ਜਿਹੜਾ ਸੰਸਕ੍ਰਿਤ ਦੇ ਵਿੱਚ ਸੁੱਤ ਪੁੱਤਰ ਤੇ ਜਿਹੜੀ ਸੁਤਾ ਉਹ ਪੁੱਤਰੀ ਸ਼ਬਦ ਬਣਾਇਆ ਗਿਆ। ਲੇਕਿਨ ਗੁਰਬਾਣੀ ਵਿਆਕਰਨ ਦੇ ਵਿੱਚ ਗੁਰਮੁਖੀ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਕਈ ਸ਼ਬਦਾਂ ਨੂੰ ਮਗਰੋਂ ਉਹਦਾ ਔਂਕੜ ਲਾ ਕੇ ਤੇ ਉਹਨੂੰ ਇਸਤਰੀ ਲਿੰਗ ਬਣਾ ਦਿੱਤਾ ਜਾਂਦਾ। ਜਿਵੇਂ ਜਨ ਸੇਵਕ ਹੈ, ਜਨ ਦੇ ਜੇ ਜਾਂ ਤਾਂ ਉਹਨੂੰ ਬਹੁਵਚਨ ਕਰਨਾ ਹੋਵੇ ਤਾਂ ਨੰਨੇ ਦਾ ਔਂਕੜ ਲੈ ਜਾਂਦਾ ਜੀ, ਤੇ ਜਾਂ ਜਿੱਥੇ ਔਰਤ ਹੈ ਉੱਥੇ ਵੀ ਨੰਨਾ ਮੁਕਤਾ ਆਉਂਦਾ, ਤੇ ਜੇ ਇੱਕ ਸੇਵਕ ਦੀ ਗੱਲ ਹੈ ਤਾਂ ਨੰਨੇ ਨੂੰ ਔਂਕੜ ਆਉਂਦਾ। ਸੋ ਇਸ ਤਰ੍ਹਾਂ ਇੱਥੇ ਵੀ ਜਿਹੜਾ ਸ਼ਬਦ ਹੈ ਸੁਤਾ, ਜਿਵੇਂ ਸੁਤਾ ਦਾਨ, ਸੁਤਾ ਸੁੱਤ, ਪੁੱਤਰੀ ਦਾ ਬੇਟਾ ਜਿਹੜਾ ਦੋਹਤਾ ਜਿਹਨੂੰ ਕਹਿੰਦੇ ਆ ਉਹ ਸੁਤਾ ਸੁੱਤ, ਸੁਤਾ ਦਾਨ ਪੁੱਤਰੀ ਦੇਣੀ, ਵਰ ਨੂੰ ਆਪਣੀ ਕੰਨਿਆ ਦੇਣੀ, ਅਰਪਣ ਕਰਨੀ, ਸੁਤਾ ਦਾਨ। ਲੇਕਿਨ ਜਿਹੜਾ ਸ਼ਬਦ ਆਪਣੇ ਵਿਚਾਰ ਅਧੀਨ ਹੈ, ਇਸ ਦਾ ਮੈਂ ਥੋੜਾ ਜਿਹਾ ਵਿਆਖਿਆ ਕਰਨੀ ਚਾਹੁੰਦਾ ਵੀ ਜਦੋਂ ਇਹ ਰਹਾਉ ਦੇ ਸ਼ਬਦ ਤੋਂ ਸ਼ੁਰੂ ਕਰਾਂਗਾ ਜੀ। ਹਰੇ ਨਮਸਤੇ ਹਰੇ ਨਮਾ, ਹਰ ਹਰ ਕਰਤ ਨਹੀਂ ਦੁੱਖ ਜਮਾ। ਰਹਾਉ ਹਰ ਹਰਨਾਕਸ਼ ਹਰੇ ਪ੍ਰਾਣ, ਹਰ ਤੇ ਰੁਕਣਾ ਬਹੁਤ ਜ਼ਰੂਰੀ ਹੈ ਜੀ ਇਸ ਪਾਠ ਦੇ ਵਿੱਚ। ਹਰ ਹਰਨਾਕਸ਼ ਹਰੇ ਪ੍ਰਾਣ, ਅਜਾਮਲ ਕੀਓ ਬਕੁੰਟੇ ਥਾਨ, ਸੂਆ ਪੜਾਵਤ ਗਣਕਾ ਤਰੀ, ਸੋ ਹਰ ਨੈਨੋ ਕੀ ਪੂਤਰੀ। ਹਰ ਹਰ ਕਰਤ ਪੂਤਨਾ ਤਰੀ, ਬਾਲ ਘਾਤਨੀ ਕਪਟੇ ਭਰੀ। ਜਿਹੜਾ ਹੁਣ ਵਿਸ਼ਾਧੀਨ ਸ਼ਬਦ ਹੈ ਜੀ, ਸਿਮਰਨ ਦਰੋਪਦ ਸੁੱਤ ਉਦਰੀ। ਕਿਉਂਕਿ ਸਿਮਰਨ ਦੁਆਰਾ, ਸਿਮਰਨ ਦੇ ਰਾਹੀਂ ਦਰੋਪਦ ਸੁੱਤ, ਹੁਣ ਜਾਂ ਤਾਂ ਇੱਥੇ ਬਹੁਤੇ ਪੁੱਤਰ ਬਣਨਗੇ ਜੀ ਜਾਂ ਇਸਤਰੀ ਲਿੰਗ ਸ਼ਬਦ ਬਣੂਗਾ, ਦੋ ਆਪਸ਼ਨ ਆ। ਲੇਕਿਨ ਜਿਹੜੀ ਅਗਲੀ ਕਿਰਿਆ ਸਾਨੂੰ ਦੱਸਦੀ ਆ ਵੀ ਜਿਹੜੀ ਕਿਰਿਆ ਇਸਤਰੀ ਲਿੰਗ ਆਈ ਆ, ਫਿਰ ਇਸ ਕਰਕੇ ਜਿਹੜਾ ਸੁੱਤ ਹੈ ਉਹ ਇਸਤਰੀ ਲਿੰਗ ਸ਼ਬਦ ਹੀ ਬਣੇਗਾ। ਦਰੋਪਦ ਸੁੱਤ ਉਦਰੀ, ਭਾਵ ਦਰੋਪਤੀ ਦੀ ਜਿਹੜੀ ਪੁੱਤਰੀ ਹੈ ਉਹ ਉਧਰ ਗਈ, ਉਹ ਬਚ ਗਈ, ਉਹਦੀ ਇੱਜ਼ਤ ਬਚ ਗਈ। ਤੋ ਕੁੱਲ ਮਿਲਾ ਕੇ ਆਪਾਂ ਇਹੀ ਕਹਿ ਸਕਦੇ ਹਾਂ ਜੀ ਵੀ ਜਿਵੇਂ ਇਸ ਗੁਰਬਾਣੀ ਦਾ ਜੋ ਪ੍ਰਕਰਨ ਹੈ ਵੀ ਮਗਰਲਾ ਅੱਖਰ ਅਗਰ ਉਹ ਮੁਕਤਾ ਹੈ ਤਾਂ ਉਹ ਸ਼ਬਦ ਇਸਤਰੀ ਲਿੰਗ ਵੀ ਹੋ ਜਾਂਦਾ। ਬਾਕੀ ਜਿਹੜਾ ਪਾਠ ਭੇਦ ਦੀ ਸੂਚੀ ਵਿੱਚ ਜੋ ਭਾਈ ਜਗੀਰ ਸਿੰਘ ਜੀ ਦਾ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਜੀ, ਜਿਨ੍ਹਾਂ ਨੇ ਮੈਨੂੰ ਅੱਜ ਹੀ ਭੇਜਿਆ, ਉਹਦੇ ਵਿੱਚ ਪਾਠ ਭੇਦ ਸੂਚੀ ਦੇ ਵਿੱਚ ਇਹਨੂੰ ਸ਼ਬਦ ਨੂੰ ਰੱਖਿਆ ਹੋਇਆ ਵੀ ਅਸਲ ਇਹਦਾ ਜਿਹੜਾ ਉਚਾਰਨ ਹੈ ਉਹ ਸੁਤਾ ਹੀ ਚਾਹੀਦਾ। ਲੇਕਿਨ ਇੱਥੇ ਜਿਹੜਾ ਪਾਠ ਭੇਦ ਸੂਚੀ ਵਿੱਚ ਰੱਖਿਆ ਹੋਇਆ, ਸੋ ਆਪਾਂ ਉਚਾਰਨ ਜੋ ਲਿਖਿਆ ਉਹਦੇ ਮੁਤਾਬਕ ਹੀ ਕਰਾਂਗੇ। ਸਾਨੂੰ ਸਹੀ ਅਰਥ ਕਰਨ ਲਈ ਸੁੱਤ ਉਦਰੀ, ਭਾਵ ਦਰੋਪਦ ਰਾਜਾ ਸੀ ਜੋ ਉਸਦੀ ਪੁੱਤਰੀ ਉਧਰ ਗਈ, ਉਹਦੀ ਇੱਜ਼ਤ ਬਚ ਗਈ ਭਰੀ ਸਭਾ ਦੇ ਵਿੱਚ ਸਿਮਰਨ ਦੇ ਦੁਆਰਾ। ਸੋ ਇੰਨਾ ਹੀ। ਜਿਵੇਂ ਹੁਣ ਆਪਾਂ ਇੱਕ ਹੋਰ ਜਨਨ ਪਿਤਾ ਲੋਕ ਸੁੱਤ ਬਣਤਾ, ਸਾਡਾ ਇਹ ਪੰਜਵਾਂ ਸ਼ਬਦ ਹੈ ਜੀ ਸੋਦਰ ਬਾਣੀ ਦਾ, ਉਹਦੇ ਵਿੱਚ ਵੀ ਸੁੱਤ ਸ਼ਬਦ ਆਇਆ। ਤਾਂ ਫਿਰ ਉੱਥੇ ਕੀ ਆਪਸ਼ਨ ਹੈ ਜੀ? ਜਨਨ ਜਨਨੀ, ਪਿਤਾ ਪਿਤਾਈ ਹੈ, ਲੋਕ ਬਹੁਵਚਨ ਹੈ, ਸੁੱਤ ਬਹੁਵਚਨ ਹੈ, ਬਣਤਾ ਇਸਤਰੀ ਲਿੰਗ ਇੱਕ ਵਚਨ ਹੈ। ਪੰਜ ਸ਼ਬਦਾਂ ਦੇ ਵਿੱਚੋਂ ਤਿੰਨ ਸ਼ਬਦ ਇੱਕ ਵਚਨ ਹੈ ਤੇ ਦੋ ਸ਼ਬਦ ਬਹੁਵਚਨ ਹੈ। ਜਨਨੀ ਜਨਮ ਦੇਣ ਵਾਲੀ, ਪਿਤਾ ਪਿਤਾਈ ਹੈ ਜੀ, ਲੋਕ ਲੋਕ ਹੋ ਗਏ, ਸੁੱਤ ਪੁੱਤਰ ਹੋ ਗਏ ਤੇ ਬਣਤਾ ਘਰ ਵਾਲੀ ਇਸਤਰੀ ਹੋ ਗਈ। ਕੋਈ ਨਾ ਕਿਸ ਕੀ ਧਰਿਆ। ਸੋ ਇਹਨਾਂ ਵਿੱਚੋਂ ਕੋਈ ਵੀ ਕਿਸੇ ਦਾ ਜਿਹੜਾ ਆਸਰਾ ਨਹੀਂ ਬਣਦਾ, ਧਿਰ ਨਹੀਂ ਬਣਦਾ। ਸੋ ਇਸ ਤਰ੍ਹਾਂ ਇੱਥੇ ਜਿਹੜਾ ਸੁੱਤ ਪੁੱਤਰ ਬਹੁਵਚਨ ਬਣ ਗਿਆ ਜੀ। ਲੇਕਿਨ ਜਦੋਂ ਸੁੱਤ ਉਦਰੀ ਜਿਹੜੀ ਕਿਰਿਆ ਇਸਤਰੀ ਲਿੰਗ ਆ ਗਈ ਤਾਂ ਫਿਰ ਉਹ ਦਰੋਪਦ ਦੀ ਪੁੱਤਰੀ ਹੀ ਅਰਥ ਠੀਕ ਬਣਦਾ ਹੈ ਜੀ। ਸੋ ਇੰਨੀ ਬੇਨਤੀ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਕੀ ਹੋ ਗਿਆ? ਰਾਜਾ ਸਿੰਘ ਜੀ ਅਨਮਿਊਟ ਕਰ ਲਓ। ਠੀਕ ਹੈ। तो वीर जी ने बड़े विस्तार नाल दसिया। साध संगत जी समा दौड़ ਰਿਹਾ, मैं बेनती करदे हां कि ਇਹਦੇ 'ਚ ਕੋਈ ਇਹ ਵੀ ਗਲਤ ਨਹੀਂ ਹੈ ਕਿ ਅਸੀਂ ਆਮ ਤੌਰ ਤੇ ਦੇਖਦੇ ਹਾਂ ਕਿ ਬੇਟੀ ਹੋਵੇ ਜਾਂ ਬੇਟਾ ਹੋਵੇ, ਅਸੀਂ ਆਮ ਤੌਰ ਤੇ ਲਾਡ ਨਾਲ ਪੁੱਤਰ ਕਹਿੰਦੇ, ਤੇ ਇਹ ਕੋਈ ਏਦਾਂ ਦੀ ਕੋਈ ਗੱਲ ਨਹੀਂ। ਗੱਲ ਤੇ ਆ ਵੀ ਜੋ ਉੱਤਰ ਵਿੱਚ ਪ੍ਰਾਰੰਭ ਵਿੱਚ ਵੀਰ ਜੀ ਨੇ ਕਿਹਾ, ਕਿੱਕਰ ਸਿੰਘ ਜੀ ਨੇ, ਕਿ ਸਾਨੂੰ ਇਹਨਾਂ ਮਤਲਬ ਵੀ ਅੱਖਰਾਂ ਦੀ ਟੈਕਨੀਕੈਲਿਟੀ ਦੀ ਥਾਂ ਤੇ ਅਸੀਂ ਦੇਖੀਏ ਕਿ ਉੱਥੇ ਸ਼ਬਦ ਦੇ ਵਿੱਚ ਵਿਚਾਰ ਕੀ ਬਣਦਾ ਜਾਂ ਸਾਨੂੰ ਕੀ ਨਸੀਹਤ ਹੈ, ਉਹ ਆਪਾਂ ਗ੍ਰਹਿਣ ਕਰਨੀ ਹੈ। ਤੋ ਆਓ ਸਾਧ ਸੰਗਤ, ਮੈਂ ਜਿੱਥੇ ਵੀਰ ਜੀ ਦਾ ਧੰਨਵਾਦ ਕਰਦਾ, ਉੱਥੇ ਮੈਂ ਅਗਲਾ ਸਵਾਲ ਜਿਹੜਾ ਉਹ ਸ਼ੁਰੂ ਕਰਦਾ। ਸੰਗਤ ਵਿੱਚ ਕੋਈ ਵਿਸ਼ਾ ਚੱਲ ਰਿਹਾ ਸੀ ਪਿਛਲੇ ਹਫ਼ਤੇ, ਤਾਂ ਉਹਦੇ ਵਿੱਚੋਂ ਸੰਗਤ ਚੋਂ ਪੁੱਛਿਆ ਗਿਆ ਕਿ ਆਤਮਿਕ ਮੌਤ ਇਹ ਕੀ ਹੁੰਦੀ ਹੈ। ਤੇ ਸਾਨੂੰ ਸਵਾਲ ਹੈ, ਆਤਮਿਕ ਮੌਤ ਕੀ ਹੁੰਦੀ ਹੈ। ਤੇ ਵੀਰ ਪ੍ਰਭ ਕੀਰਤਨ ਸਿੰਘ ਜੀ ਵਿਸ਼ਾ ਨਿਭਾ ਰਹੇ ਸਨ, ਤੇ ਮੈਂ ਉਹਨਾਂ ਨੂੰ ਬੇਨਤੀ ਕਰ ਰਿਹਾ ਕਿ ਕਿਰਪਾ ਕਰਕੇ ਇਹ ਵੀ ਕਲੀਅਰ ਕਰ ਦਿਓ ਕਿ ਆਤਮਿਕ ਮੌਤ ਕਿਸ ਨੂੰ ਕਹਿੰਦੇ ਆ। ਵੀਰ ਪ੍ਰਭ ਕੀਰਤਨ ਸਿੰਘ। ਹਾਂਜੀ ਵੀਰ ਜੀ। ਹਾਂਜੀ ਹਾਂਜੀ, ਸਵਾਲ ਆਇਆ ਹੈ ਜੀ ਕਿ ਆਤਮਿਕ ਮੌਤ ਕਿਸ ਨੂੰ ਕਹਿੰਦੇ ਆ। ਤੋ ਆਓ ਪਹਿਲਾਂ ਆਪਾਂ ਗੱਲ ਜੋ ਹੈ ਉਹ ਇੱਥੋਂ ਸ਼ੁਰੂ ਕਰੀਏ ਕਿ ਮੌਤ ਦਾ ਅਰਥ ਕੀ ਹੈ। ਮੌਤ ਦਾ ਅਰਥ ਹੈ ਜੀਵਨ ਦਾ ਖਤਮ ਹੋ ਜਾਣਾ। ਇੱਕ ਸਰੀਰਕ ਮੌਤ ਹੈ ਜਿਸ ਵਿੱਚ ਜੀਵਨ ਦੀ ਲੀਲਾ, ਸਰੀਰ ਦੇ ਜੀਵਨ ਦੀ ਲੀਲਾ ਸਮਾਪਤ ਹੋ ਜਾਂਦੀ ਹੈ। ਇਹ ਅਟਲ ਹੈ। ਇਹ ਜੋ ਵੀ ਜਿਸਨੇ ਵੀ ਜਨਮ ਲਿਆ ਹੈ ਉਹਦੀ ਮੌਤ ਹੋਣੀ ਹੀ ਹੈ, ਉਹ ਚਾਹੇ ਕੋਈ ਵੀ ਹੋ। ਇੱਕ ਆਤਮਿਕ ਮੌਤ ਹੈ ਜਿਸ ਵਿੱਚ ਆਤਮਾ ਦੀ ਜੀਵਨ ਦੀ ਰੌਂ ਸਮਾਪਤ ਹੋ ਜਾਂਦੀ ਹੈ, ਪਰ ਇਹ ਅਟਲ ਨਹੀਂ ਹੈ, ਇਹ ਸਾਡੇ ਆਪਣੇ ਹੱਥ ਹੈ। ਤੋ ਜਦੋਂ ਆਤਮਾ ਜੀਵਿਤ ਹੁੰਦੀ ਹੈ ਤਾਂ ਹੀ ਅਸਲ ਵਿੱਚ ਮਨੁੱਖਾ ਜੀਵਨ ਜੀਵਿਆ ਜਾ ਸਕਦਾ ਹੈ। ਜਦੋਂ ਆਤਮਾ ਜੀਵਿਤ ਨਹੀਂ ਹੁੰਦੀ ਤਾਂ ਮਨੁੱਖ ਦਾ ਜੀਵਨ ਵੀ ਮਨੁੱਖੀ ਜੀਵਨ ਦੀਆਂ ਵੈਲਿਊਜ਼ ਨਹੀਂ ਬਲਕਿ ਪਸ਼ੂ ਵਾਲਾ ਹਾਲਤ ਹੋ ਜਾਂਦੀ ਹੈ। ਐਸੇ ਆਤਮਿਕ ਜੀਵਨ ਵਾਲੇ ਵਿਅਕਤੀ ਲਈ ਮੌਤ ਬੇਅਰਥ ਹੋ ਜਾਂਦੀ ਹੈ, ਕਿਉਂਕਿ ਜਿਸ ਦਾ ਆਤਮਿਕ ਜੀਵਨ ਹੈ ਉਸ ਦੇ ਲਈ ਸਰੀਰਕ ਮੌਤ ਬੇਅਰਥ ਹੋ ਜਾਂਦੀ ਹੈ। ਫਿਰ ਸਰੀਰਕ ਜਨਮ ਤੇ ਮਰਨ ਦਾ ਭਾਵ ਜਿਹੜਾ ਹੈ ਉਹ ਕੋਈ ਅਰਥ ਨਹੀਂ ਰੱਖਦਾ। ਇਹ ਅਸਲੀ ਜੀਵਨ ਹੈ ਜਦੋਂ ਸਾਡੀ ਆਤਮਾ ਜੀਵਨ। ਗੁਰਬਾਣੀ ਦੇ ਵਿੱਚ ਆਤਮਾ ਦੇ ਜੀਵਨ ਦੀ ਗੱਲ ਜੋ ਕਈ ਥਾਵਾਂ ਤੇ ਬਲਕਿ ਅਨੇਕਾਂ ਥਾਵਾਂ ਤੇ ਕੀਤੀ ਗਈ ਹੈ। ਕੁਝ ਕੁ ਉਦਾਹਰਨਾਂ ਮੈਂ ਦੋ ਤਿੰਨ ਹੀ ਲੈ ਰਿਹਾ ਹਾਂ। ਬਚਨ ਹੈ ਜੀ ਕਿ ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ, ਜਨਮ ਮਰਨ ਕਾ ਭਉ ਗਿਆ, ਜੀਵਨ ਪਦਵੀ ਪਾਏ। ਹੁਣ ਇੱਥੇ ਸਤਿਗੁਰੂ ਜੀ ਜਨਮ ਮਰਨ ਦਾ ਭਉ ਜਾਣ ਦੀ ਗੱਲ ਕਰਕੇ ਤੇ ਕਿਹਾ ਹੈ ਕਿ ਜੀਵਨ ਪਦਵੀ ਪਾਏ। ਇਹ ਜਿਹੜੀ ਗੱਲ ਕੀਤੀ ਗਈ ਹੈ ਇਹ ਆਤਮਿਕ ਜੀਵਨ ਦੀ ਹੈ। ਤੇ ਪਹਿਲੀ ਪੰਕਤੀ ਦੇ ਵਿੱਚ ਸਤਿਗੁਰਾਂ ਨੇ ਉਹਦਾ ਹਿੰਟ ਸਾਨੂੰ ਦੇ ਦਿੱਤਾ ਹੈ ਕਿ ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਤੋ ਜਿਹੜਾ ਸਵਾਲ ਹੈ ਕਿ ਵੀ ਆਤਮਿਕ ਜੀਵਨ ਕੀ ਹੈ, ਮੌਤ ਤਾਂ ਆਪਾਂ ਸਮਝ ਲਿਆ ਕਿ ਕੀ ਹੁੰਦੀ ਹੈ ਜਦੋਂ ਮਨੁੱਖੀ ਵੈਲਿਊਜ਼ ਖਤਮ ਹੋ ਜਾਂਦੀਆਂ ਹਨ। ਹੋਰ ਸਮਝਣ ਲਈ ਆਤਮਿਕ ਜੀਵਨ ਕੀ ਹੈ ਉਹ ਪਹਿਲੀ ਪੰਕਤੀ ਸਾਨੂੰ ਦੱਸਦੀ ਹੈ। ਤੇ ਆਤਮਿਕ ਜੀਵਨ ਪ੍ਰਾਪਤ ਕਿਵੇਂ ਹੁੰਦਾ ਹੈ। ਜੀਵਨਾ ਹਰ ਜੀਵਨਾ, ਜੀਵਨ ਹਰ ਜਪ ਸਾਧ ਸੰਗ। ਤੋ ਇੱਥੇ ਸਪਸ਼ਟ ਹੋ ਜਾਂਦਾ ਹੈ ਕਿ ਜੀਵਨਾ ਹੈ ਕੀ ਹੈ, ਅਸੀਂ ਜੀਵਨ ਕਿਸ ਤਰ੍ਹਾਂ ਪ੍ਰਾਪਤ ਕਰ ਸਕਦੇ ਹਾਂ। ਉਹ ਸਤਿਗੁਰੂ ਜੀ ਕਹਿ ਰਹੇ ਹਨ ਕਿ ਹਰ ਜਪ ਸਾਧ ਸੰਗ। ਭਾਵ ਜਦੋਂ ਅਸੀਂ ਸਾਧ ਸੰਗਤ ਦੇ ਵਿੱਚ ਜੁੜ ਜਾਂਦੇ ਹਾਂ ਔਰ ਉਸ ਪ੍ਰਭੂ ਦਾ, ਵਾਹਿਗੁਰੂ ਦਾ ਸਿਮਰਨ ਕਰਦੇ ਹਾਂ, ਆਪਣੇ ਹਿਰਦੇ ਦੇ ਵਿੱਚ ਵਸਾ ਲੈਂਦੇ ਹਾਂ, ਉਹਦੇ ਨਾਲ ਇਕਮਿਕ ਹੋ ਜਾਂਦੇ ਹਾਂ, ਤੇ ਸਾਡਾ ਫਿਰ ਆਤਮਿਕ ਜੀਵਨ ਜਿਹੜਾ ਹੈ ਉਹ ਪ੍ਰਾਪਤ ਹੋ ਜਾਂਦਾ ਹੈ। ਕਿਉਂਕਿ ਇੱਥੇ ਸਰੀਰ ਦੇ ਜੀਵਨ ਦੀ ਗੱਲ ਨਹੀਂ ਹੋ ਰਹੀ। ਇਹ ਤਾਂ ਸਾਰਾ ਕੁਝ ਕਰਨ ਲਈ ਸਰੀਰ ਦਾ ਜੀਵਨ ਸਾਡੇ ਕੋਲ ਹੈ ਹੀ। ਤਾਂ ਫਿਰ ਸਤਿਗੁਰੂ ਜੀ ਨੇ ਜੀਵਿਤ ਹੋਣ ਦੀ ਜਦੋਂ ਗੱਲ ਕੀਤੀ ਹੈ ਤਾਂ ਇਹ ਸਰੀਰ ਦੇ ਜੀਵਨ ਦੀ ਨਹੀਂ, ਆਤਮਿਕ ਜੀਵਨ ਦੀ ਗੱਲ ਹੋ ਰਹੀ ਹੈ। ਸਤਿਗੁਰੂ ਜੀ ਨੇ ਆਪਾਂ ਵਿਆਖਿਆ ਕਰਦਿਆਂ ਵੀ ਪੜ੍ਹਿਆ ਸੀ ਕਿ ਸਤਿਗੁਰੂ ਜੀ ਕਹਿੰਦੇ ਹਨ ਕਿ ਆਖਾਂ ਜੀਵਾਂ ਵਿਸਰਾ ਮਰ ਜਾ। ਤੇ ਇੱਥੇ ਜਦੋਂ ਵਿਸਰਾ ਮਰ ਜਾਣ ਦੀ ਗੱਲ ਕਰ ਰਹੇ ਹਨ ਉਹ ਆਤਮਿਕ ਜੀਵਨ ਤੇ ਆਤਮਿਕ ਮੌਤ ਦੀ ਗੱਲ ਕਰ ਰਹੇ ਹਨ। ਇੱਕ ਪਾਸੇ ਆਖਾਂ ਜੀਵਾਂ ਕਿਹਾ ਹੈ, ਦੂਜੇ ਪਾਸੇ ਵਿਸਰਨ ਦੇ ਨਾਲ ਮਰ ਜਾਣ ਦੀ ਗੱਲ ਕੀਤੀ ਹੈ। ਤਾਂ ਭਾਵ ਸਪਸ਼ਟ ਹੈ ਕਿ ਜਦੋਂ ਤੱਕ ਅਸੀਂ ਪ੍ਰਭੂ ਜੀ ਦੇ ਨਾਲ ਜੁੜੇ ਹੋਏ ਹਾਂ,
ਨਾਮ ਸਿਮਰਨ ਰਾਹੀਂ ਜੁੜੇ ਹੋਏ ਹਨ। ਜੀਵਨ ਉਦੋਂ ਤੱਕ ਹੀ ਹੈ। ਜਦੋਂ ਸਾਡੀ ਇਹ ਸਾਂਝ ਟੁੱਟ ਗਈ ਅਕਾਲ ਪੁਰਖ ਦੇ ਨਾਲ, ਤਾਂ ਫਿਰ ਸਾਡੀ ਮੌਤ ਹੀ ਹੈ। ਫਿਰ ਔਰ ਉਸ ਦਾ ਕਾਰਨ ਕੀ ਹੈ ਕਿ ਜਦੋਂ ਅਸੀਂ ਅਕਾਲ ਪੁਰਖ ਨੂੰ ਟੁੱਟ ਜਾਂਦੇ ਹਾਂ ਤਾਂ ਫਿਰ ਮੌਤ ਕਿਉਂ ਹੋ ਜਾਂਦੀ ਹੈ? ਇਹਦੇ ਬਾਰੇ ਕਬੀਰ ਜੀ ਦਾ ਇੱਕ ਸ਼ਬਦ ਹੈ, ਕਿਰਪਾ ਕਰਕੇ ਉਹ ਡਿਸਪਲੇ ਕਰ ਦਿਓ ਜੀ। ਉਹਦੇ ਵਿੱਚ ਕਬੀਰ ਜੀ ਨੇ ਜੋ ਸਮਝਾਇਆ ਹੈ, ਉਹਦੇ ਵਿੱਚ ਮੌਤ ਦੀ ਗੱਲ ਵੀ ਕੀਤੀ ਹੈ, ਭਾਵ ਆਤਮਿਕ ਮੌਤ ਦੀ ਗੱਲ ਵੀ ਕੀਤੀ ਹੈ ਤੇ ਆਤਮਿਕ ਜੀਵਨ ਦੀ ਗੱਲ ਵੀ ਕੀਤੀ ਹੈ। ਮੈਂ ਸ਼ਬਦ ਸ਼ੁਰੂ ਤੋਂ ਪੜ੍ਹਦਾ ਹਾਂ ਜੀ। ਜਨਨੀ ਜਾਣਤ ਹੈ ਸੁਤ ਬੜਾ ਹੋਤ ਹੈ, ਇਤਨਾ ਕ ਜਾਣੈ ਜੇ ਦਿਨ ਦਿਨ ਅਵਧ ਘਟਤ ਹੈ। ਮੋਰ ਮੋਰ ਕਰ ਅਧਿਕ ਲਾਡ ਧਰ, ਪੇਖਤ ਹੀ ਜਮ ਰਾਓ ਹੁਸੈ। ਤੇ ਜਿਹੜੀ ਰਹਾਉ ਦੀ ਪੰਕਤੀ ਹੈ ਉਹਦੇ ਸਤਿਗੁਰੂ ਕਬੀਰ ਜੀ ਕਹਿ ਰਹੇ ਹਨ ਕਿ ਐਸਾ ਤੈ ਜਗ ਭਰਮ ਲਾਇਆ, ਕੈਸੇ ਬੂਝੈ ਜਬ ਮੋਇਆ ਹੈ ਮਾਇਆ। ਤੋ ਇਹ ਪੂਰੇ ਸ਼ਬਦ ਦਾ ਵਿਸ਼ਾ ਕੀ ਹੈ ਕਿ ਮੋਇਆ ਹੈ ਮਾਇਆ। ਵੀ ਤੁਸੀਂ ਕਬੀਰ ਜੀ ਸਮਝਾ ਰਹੇ ਹਨ ਕਿ ਪ੍ਰਭੂ ਨੇ ਜਗਤ ਨੂੰ ਇਸ ਤਰ੍ਹਾਂ ਭੁਲੇਖੇ ਵਿੱਚ ਪਾਇਆ ਹੋਇਆ ਹੈ ਕਿ ਮਾਇਆ ਵਿੱਚ ਠੱਗੇ ਹੋਏ ਜੀਵ ਨੂੰ ਸਮਝ ਹੀ ਨਹੀਂ ਆਉਂਦੀ ਕਿ ਮੇਰੀ ਕੀ ਹਾਲਤ ਹੋ ਗਈ ਹੈ ਕਿ ਮੈਂ ਭੁਲੇਖੇ 'ਚ ਫਸਿਆ ਪਿਆ ਹਾਂ। ਤੋ ਇੱਥੇ ਗੱਲ ਮਾਇਆ ਦੇ ਰਾਹੀਂ ਮੋਹੇ ਜਾਣ ਦੀ ਗੱਲ ਹੋ ਰਹੀ ਹੈ। ਤੇ ਸਤਿਗੁਰੂ ਕਬੀਰ ਜੀ ਅਗਲੀ ਪੰਕਤੀ ਦੇ ਵਿੱਚ ਬਿਲਕੁਲ ਕਲੀਅਰ ਕਰ ਦਿੰਦੇ ਹਨ ਕਿ ਕਹਿਤ ਕਬੀਰ ਛੋੜ ਵਿਖਿਆਰਸ, ਇਤ ਸੰਗਤ ਨੇਚੋ ਮਰਨਾ। ਕਿ ਤੂੰ ਇਹ ਜਿਹੜੇ ਵਿਖਿਆ ਦੇ ਰਸ, ਜਿਹੜੀ ਮਾਇਆ ਵਿੱਚ ਮੋਹ ਜਾਣ ਦੀ ਗੱਲ ਉੱਪਰ ਕੀਤੀ ਆ ਉਹਨਾਂ ਨੇ, ਉਹ ਕਹਿੰਦੇ ਨੇ ਇਹਨੂੰ ਛੱਡ, ਕਿਉਂਕਿ ਇਤ ਸੰਗਤ ਭਾਵ ਮਾਇਆ ਦੀ ਸੰਗਤ, ਮਾਇਆ ਦੇ ਸਵਾਦ ਰਸਾਂ ਦੀ ਸੰਗਤ ਦੇ ਵਿੱਚ ਨੇਚੋ ਨਿਸ਼ਚੈ ਹੀ ਮਰਨਾ ਹੈ। ਇਹ ਮਰਨਾ ਹੀ ਹੈ, ਭਾਵ ਆਤਮਾ ਮੁਰਦਾ ਹੋਣੀ ਹੀ ਹੈ ਜਦੋਂ ਤੱਕ ਸਾਡਾ ਮਤਲਬ ਅਵਸਥਾ ਇਹ ਹੈ ਕਿ ਮੋਹਿਆ ਹੈ ਮਾਇਆ। ਫਿਰ ਉਹ ਵਿਖਿਆ ਰਸ ਸਾਡੇ ਅੰਦਰ ਆਉਣਗੇ। ਤੇ ਅੱਗੇ ਕਹਿ ਰਹੇ ਹਨ ਜੀ, ਨੀਕੇ ਸੁਰਮਈਆ ਜਪੋ ਪ੍ਰਾਣੀ, ਅਨੰਤ ਜੀਵਨ ਪਾਣੀ, ਇਨ ਵਿਦ ਭਾਵ ਸਾਗਰ ਤਰਨਾ। ਤੇ ਇਹਨੂੰ ਹੋਰ ਸਪਸ਼ਟ ਅੱਗੇ ਕਬੀਰ ਜੀ ਕਹਿ ਰਹੇ ਹਨ ਕਿ ਜਿਹੜਾ ਅੰਤਲਾ ਪਦਾ ਹੈ ਰਾਹ ਦੂਜਾ ਹੈ ਜਿਹਦੇ ਵਿੱਚ ਉਹ ਕਹਿੰਦੇ ਹਨ ਕਿ ਇਤ ਸੰਗਤ ਨਾ ਹੀ ਮਰਨਾ। ਤਾਂ ਫਿਰ ਇਸ ਸੰਗਤ ਦੇ ਵਿੱਚ ਤੁਸੀਂ ਮਰਨਾ ਨਹੀਂ ਹੈ। ਕਿਹੜੀ ਸੰਗਤ? ਇਹਦਾ ਉਹ ਉੱਪਰ ਜ਼ਿਕਰ ਕਰਕੇ ਆਏ ਹਨ। ਕਹਿ ਰਹੇ ਹਨ ਕਿ ਜਾਂ ਤੇ ਸੁਭਾਵ ਹੈ ਤਾਂ ਲੱਗਿਆ ਭਾਉ, ਭਰਮ ਭੁਲਾਵਾ ਵਿੱਚੋਂ ਜਾਏ, ਉਪਜੈ ਸਹਿਜ ਗਿਆਨ ਮਤ ਜਾਗੈ, ਗੁਰ ਪ੍ਰਸਾਦ ਅੰਤਰ ਲਿਵ ਲਾਗੈ। ਭਾਵ ਜਦੋਂ ਗੁਰੂ ਦੀ ਮਿਹਰ ਨਾਲ ਹਿਰਦੇ ਦੇ ਅੰਦਰ ਪ੍ਰਭੂ ਨਾਲ ਜੁੜ ਜਾਂਦਾ ਹੈ ਤਾਂ ਇਸ ਸੰਗਤ ਦੇ ਵਿੱਚ, ਭਾਵ ਪ੍ਰਭੂ ਦੀ ਸੰਗਤ, ਪ੍ਰਭੂ ਦੇ ਨਾਲ ਚਿੱਤ ਜੋੜਿਆ, ਨਾ ਹੀ ਮਰਨਾ, ਆਤਮਿਕ ਮੌਤ ਨਹੀਂ ਹੁੰਦੀ। ਹੁਕਮ ਪਛਾਣ ਤਾਂ ਖਸਮੈ ਮਿਲਣਾ। ਤੋ ਇਸ ਇੱਕੋ ਸ਼ਬਦ ਦੇ ਵਿੱਚ ਹੀ ਕਬੀਰ ਜੀ ਨੇ ਸਾਡੇ ਤੇ ਕਿਰਪਾ ਕਰਕੇ ਇਹ ਦੋਨੋਂ ਚੀਜ਼ਾਂ ਨੂੰ ਬਿਲਕੁਲ ਸਪਸ਼ਟ ਕਰ ਦਿੱਤਾ ਹੈ ਕਿ ਆਤਮਿਕ ਮੌਤ ਕੀ ਹੈ। ਉਹ ਮਾਇਆ ਦੇ ਵਿੱਚ ਮੋਹੇ ਜਾਣ ਨਾਲ ਹੈ। ਤੇ ਮਰਨ ਤੋਂ ਬਚਾ ਕਿਵੇਂ ਹੋਣਾ ਹੈ, ਭਾਵ ਸਾਨੂੰ ਸਦੀਵੀ ਆਤਮਿਕ ਜੀਵਨ ਦੀ ਅਵਸਥਾ ਕਿੱਦਾਂ ਮਿਲਣੀ ਹੈ, ਉਹ ਹੈ ਗੁਰ ਪ੍ਰਸਾਦ ਅੰਤਰ ਲਿਵ ਲਾਗੈ। ਤੋ ਇਹ ਦੋਨਾਂ ਦੀ ਇਸ ਸ਼ਬਦ ਦੇ ਵਿੱਚ ਬਿਲਕੁਲ ਕਲੈਰਿਟੀ ਹੋ ਜਾਂਦੀ ਹੈ। ਆਸ ਹੈ ਕਿ ਗੱਲ ਸਪਸ਼ਟ ਹੋ ਗਈ ਹੋਵੇਗੀ। ਤੇ ਕੁਝ ਕਸਰ ਰਹਿ ਗਈ ਹੋਵੇ ਤੇ ਆਪ ਜੀ ਇਹਦੇ ਬਾਰੇ ਕੋਈ ਸੰਗਤ ਦੇ ਵਿੱਚੋਂ ਵੀ ਸਾਡੀ ਹੈਲਪ ਕਰੇ, ਮੈਂ ਓਬਲਾਈਜ਼ਡ ਹੋਵਾਂਗਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਕੀਰਤਨ ਸਿੰਘ ਨੇ ਬਹੁਤ ਵਧੀਆ ਤਰੀਕੇ ਨਾਲ ਇਹ ਆਤਮਿਕ ਮੌਤ ਦੀ ਗੱਲ ਸਮਝਾਈ। ਹਾਲਾਂਕਿ ਇਹ ਵੀ ਬੜਾ ਔਖਾ ਸਮਝਣਾ। ਉਹਦਾ ਕਿ ਕਾਰਨ ਸ਼ਾਇਦ ਇਹ ਵੀ ਹੋ ਸਕਦਾ ਹੈ ਕਿ ਅਸੀਂ ਦੇਹ ਅਧਿਆਸੀ ਹਾਂ। ਅਸੀਂ ਹਰ ਕੰਮ ਆਪਣਾ ਜਿਹੜਾ ਸਰੀਰ ਨੂੰ ਮੁੱਖ ਰੱਖ ਕੇ ਕਰਦੇ, ਵੀ ਸਰੀਰ ਨੂੰ ਕੁਛ ਨਾ ਹੋਏ। ਸਰੀਰ ਨੂੰ ਝਰੀਟ ਆ ਜਾਏ, ਅਸੀਂ ਇਮੀਡੀਏਟਲੀ ਉਹਦਾ ਇਲਾਜ ਕਰਦੇ ਹਾਂ। ਬੁਖਾਰ ਚੜ ਜਾਏ, ਅਸੀਂ ਇਲਾਜ ਕਰਦੇ ਹਾਂ, ਇੱਕ ਨਹੀਂ ਦੂਜੇ ਡਾਕਟਰ ਕੋਲ ਜਾਂਦੇ ਹਾਂ। ਪਰ ਆਤਮਿਕ ਤੌਰ ਤੇ ਮਨ ਕਰਕੇ ਸਾਨੂੰ ਕਿੰਨੀਆਂ ਬਿਮਾਰੀਆਂ ਲੱਗੀਆਂ ਨੇ, ਉਹਨਾਂ ਬਾਰੇ ਸਾਨੂੰ ਪਤਾ ਹੀ ਨਹੀਂ, ਸ਼ਾਇਦ ਕਦੀ ਡਾਇਗਨੋਜ਼ ਹੀ ਨਹੀਂ ਕੀਤੀਆਂ। ਤੋ ਇਸੇ ਕਰਕੇ ਅਸੀਂ ਸਾਡੀ ਜ਼ਿੰਦਗੀ ਜਿਹੜੀ ਹੈ ਉਹ ਪਦਾਰਥਵਾਦ ਵਿੱਚ ਫਸ ਕੇ ਸਾਰੀਆਂ ਸੰਸਾਰਕ ਸੁੱਖ ਸਹੂਲਤਾਂ ਹੋਣ ਦੇ ਬਾਵਜੂਦ ਅਸੀਂ ਬਹੁ ਗਿਣਤੀ ਜਿਹੜੀ ਹੈ ਹਮੇਸ਼ਾ ਭਟਕਣਾ ਚ ਰਹਿੰਦੇ। ਤੋ ਸਤ ਸੰਗਤ ਜੀ, ਆਤਮਿਕ ਮੌਤ ਜਿਸ ਤਰ੍ਹਾਂ ਵੀਰ ਜੀ ਨੇ ਬੜਾ ਸਪਸ਼ਟ ਦੱਸਿਆ, ਇਹਦਾ ਮਤਲਬ ਇਹ ਹੀ ਹੈ ਕਿ ਜਿਸ ਵੇਲੇ ਵੀ ਅਸੀਂ ਗਲਤ ਕੰਮ ਕਰਦੇ ਹੋ ਸਾਡੀ ਆਤਮਿਕ ਮੌਤ ਹੈ। ਤੋ ਸਰੀਰਕ ਮੌਤ ਤਾਂ ਇੱਕੋ ਵਾਰੀ ਹੋਣੀ ਹੈ ਤੇ ਆਤਮਿਕ ਮੌਤ ਪਤਾ ਨਹੀਂ ਅਸੀਂ ਕਿੰਨੀ ਵਾਰੀ ਸੇੜਦੇ। ਤੋ ਸਤਿਗੁਰੂ ਜੀ ਕਿਰਪਾ ਕਰਨ, ਸਾਨੂੰ ਆਪਣੇ ਜੀਵਨ ਦਾ ਮਾਰਗ ਜਿਹੜਾ ਉਹ ਪਤਾ ਲੱਗੇ ਕਿ ਪ੍ਰਾਣੀ ਤੋਂ ਆਇਆ ਲਾਹਾ ਲੈਣ, ਲੱਗਾ ਕਿਤ ਕੁ ਫਕੜੇ, ਸਭ ਮੁਕਦੀ ਚੱਲੀ ਰਹਿਣ।
ਇਹ ਸਮਝ ਆ ਜਾਏ, ਤਾਂ ਜੇ ਅਸੀਂ ਜਿਹੜਾ ਜੀਵਨ ਬਤੀਤ ਹੋ ਗਿਆ ਉਹ ਤਾਂ ਹੋ ਗਿਆ, ਜਿਹੜਾ ਬਾਕੀ ਰਹਿ ਗਿਆ ਉਹ ਅਸੀਂ ਗੁਰਬਾਣੀ ਆਸ਼ੇ ਅਨੁਸਾਰ ਆਪਣਾ ਜੀਵਨ ਜਿਹੜਾ, ਜਿਵੇਂ ਪਿਛਲੇ ਸਵਾਲ ਦੇ ਵਿੱਚ ਵੀ ਆਇਆ ਸੀ ਕਿ ਸਾਡਾ ਇਹ ਜਿਹੜਾ ਮਨੁੱਖਾ ਜਨਮ ਹੈ, ਇਹ ਇੱਕ ਸਾਡੀ ਜਿਹੜੀ ਇੱਕ ਦੌੜ ਜਿਹੜੀ ਹੈ ਇਹ ਪਰਫੈਕਸ਼ਨ ਵੱਲ ਹੈ ਕਿ ਅਸੀਂ ਕਿਵੇਂ ਆਪਣੇ ਆਪ ਨੂੰ ਦਰੁਸਤ ਕਰਨਾ, ਜੇ ਕਰ ਗਏ ਤਾਂ ਜੀਵਨ ਸਫਲ ਹੈ, ਨਹੀਂ ਤੇ ਅਸਫਲਤਾ ਹੈ ਹੀ। ਸਤਿਗੁਰੂ ਜੀ ਕਿਰਪਾ ਕਰਨ ਕਿ ਅਸੀਂ ਬਾਣੀ ਦੇ ਇਹਨਾਂ ਜਿਹੜੇ ਸਾਨੂੰ ਬਾਣੀ ਤੋਂ ਸਿੱਖਿਆ ਮਿਲਦੀ ਹੈ, ਅਸੀਂ ਉਸ ਸਿੱਖਿਆ ਨੂੰ ਧਾਰਨ ਕਰਕੇ ਆਪਣਾ ਪ੍ਰੈਕਟੀਕਲ ਜੀਵਨ ਜਿਹੜਾ ਉਹ ਰੱਖੀਏ, ਤਾਂ ਹੀ ਅਸੀਂ ਗੁਰੂ ਦੇ ਸਿੱਖ ਹੋਣ ਦੇ ਹੱਕਦਾਰ ਹੋਵਾਂਗੇ। ਤੋ ਸਾਧ ਸੰਗਤ ਜੀ, ਸਵਾਲ ਭਾਵੇਂ ਸਾਡੇ ਕੋਲ ਹੋਰ ਹਨ, ਪਰ ਸਮਾਂ ਜਿਹੜਾ ਉਹ ਖਤਮ ਹੋ ਗਿਆ ਤੇ ਕਿਉਂਕਿ 1 ਮਿੰਟ ਬਾਕੀ ਰਹਿ ਗਿਆ, ਤੋ ਮੈਂ ਇਸ ਕਰਕੇ ਇਹ ਜਿਹੜੇ ਸਵਾਲ ਜਵਾਬ ਨੇ ਇਹ ਇੱਥੇ ਸਮਾਪਤ ਕਰ ਰਹੇ ਹਾਂ ਜੀ। ਜਿਹੜੇ ਸਵਾਲ ਰਹਿ ਗਏ ਨੇ ਆਪਾਂ ਅਗਲੇ ਹਫਤੇ ਲਵਾਂਗੇ, ਜਿਨ੍ਹਾਂ ਦੇ ਸਵਾਲ ਨੇ ਉਹਨਾਂ ਪਾਸੋਂ ਖਿਮਾ ਮੰਗਦੇ ਹਾਂ, ਔਰ ਅਗਲੇ ਹਫਤੇ ਜਿਸ ਤਰ੍ਹਾਂ ਬੇਨਤੀ ਕਰੀ ਦੀ ਹੈ ਕਿ ਇਹਨਾਂ ਨੂੰ ਅਸੀਂ ਅਗਲੇ ਹਫਤੇ ਪ੍ਰਾਇੋਰਟੀ ਤੇ ਲਵਾਂਗੇ। ਤੋ ਸੰਗਤ ਵਿੱਚ ਕੁਝ ਹੋਰ ਨਵੇਂ ਅੱਜ